ਗੁਰਭਜਨ ਸਿੰਘ ਗਿੱਲ ਜੀ, ਤੁਹਾਡੇ ਆਪਣੇ ਪ੍ਰੋਗਰਾਮ ਵਕਤਨਾਮਾ ਵਿਦ ਗੁਰਭਜਨ ਸਿੰਘ ਗਿੱਲ ਵਿੱਚ ਬਹੁਤ-ਬਹੁਤ ਸਵਾਗਤ ਹੈ। ਬਹੁਤ-ਬਹੁਤ ਮਿਹਰਬਾਨੀ ਪਰਮਿੰਦਰ ਜੀ, ਪੰਜਾਬੀ ਨੈਸ਼ਨਲ ਟੀਵੀ ਵੱਲੋਂ ਮੇਰੇ ਨਾਲ ਗੱਲਾਂ ਕਰਨ ਲਈ ਮੈਂ ਸ਼ੁਕਰਾਨਾ ਹੀ ਕਰ ਸਕਦਾ। ਤੇ ਗੁਰਭਜਨ ਜੀ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਤੇ ਅੱਜ ਬੜਾ ਵਡਭਾਗਾ ਦਿਨ ਹੈ। 400 ਸਾਲਾ ਪ੍ਰਕਾਸ਼ ਪੁਰਬ ਅਸੀਂ ਮਨਾ ਰਹੇ ਹਾਂ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਜੀ, ਅੱਜ ਦੇ ਇਸ ਦਿਨ ਬਾਰੇ ਕੀ ਕਹੋਗੇ ਤੁਸੀਂ? ਗੁਰੂ ਤੇਗ ਬਹਾਦਰ ਸਾਹਿਬ ਦੁਨੀਆ ਭਰ ਦੇ ਵਿੱਚ ਜਿਹੜੀਆਂ ਸਿਵਲ ਲਿਬਰਟੀਜ਼ ਨੇ, ਜਿਹੜੀਆਂ ਮਨੁੱਖੀ ਅਧਿਕਾਰਾਂ ਦੀਆਂ ਜਿੰਨੀਆਂ ਵੀ ਜੰਗਾਂ ਹੋਈਆਂ, ਜੋ ਆਦਿ ਜੰਗ ਲੜਨ ਵਾਲੇ ਸਾਡੇ ਗੁਰੂਦੇਵ ਸੀ, ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਕੇ ਉਸ ਵਕਤ ਦੇ ਦੀਨ ਦੀ ਰਾਖੀ ਕੀਤੀ, ਜਿਹੜਾ ਉਸ ਵੇਲੇ ਮਜ਼ਲੂਮਾਂ ਤੋਂ ਖੋਇਆ ਜਾ ਰਿਹਾ ਸੀ ਹੱਕ, ਉਸ ਵੇਲੇ ਦੀ ਜਾਬਰ ਹਕੂਮਤ ਤੋਂ। ਔਰੰਗਜ਼ੇਬ ਹਕੂਮਤ ਦਾ ਪ੍ਰਤੀਕ ਸੀ ਔਰ ਕਸ਼ਮੀਰੀ ਪੰਡਿਤ ਮਜ਼ਲੂਮਾਂ ਦੇ ਉਸ ਵਕਤ ਦੇ ਪ੍ਰਤੀਕ ਸੀ। ਪਰ ਮੈਂ ਇਸ ਤੋਂ ਥੋੜਾ ਅੱਗੇ ਜਾ ਕੇ ਕਹਾਂਗਾ ਕਿ ਜੇ ਉਸ ਵਕਤ ਹਾਕਮ ਹਿੰਦੂ ਹੁੰਦਾ, ਜ਼ੁਲਮ ਮੁਸਲਮਾਨ ਤੇ ਹੁੰਦਾ, ਤਾਂ ਮੇਰੇ ਪਾਤਸ਼ਾਹ ਨੇ ਇਸੇ ਤਰ੍ਹਾਂ ਨਾਲ ਹੀ ਦਿੱਲੀ ਜਾਣਾ ਸੀ ਤੇ ਇਸੇ ਤਰ੍ਹਾਂ ਨਾਲ ਹੀ ਜਾ ਕੇ ਹੱਕ ਸੱਚ ਇਨਸਾਫ ਦੀ ਗੱਲ ਕਰਨੀ ਸੀ, ਕਿਉਂਕਿ ਗੁਰੂ ਦੀ ਬੁੱਕਲ ਬਹੁਤ ਵੱਡੀ ਸੀ। ਇਹ ਬੁੱਕਲ ਗੁਰੂ ਨਾਨਕ ਪਾਤਸ਼ਾਹ ਤੋਂ ਸ਼ੁਰੂ ਹੁੰਦੀ ਹੈ ਔਰ ਗੁਰੂ ਅਰਜਨ ਪਾਤਸ਼ਾਹ ਦਾ ਇਮਤਿਹਾਨ, ਕਰੜਾ ਇਮਤਿਹਾਨ ਜਿਹੜਾ ਰਾਵੀ ਦੇ ਕੰਢੇ ਤੇ ਉਹਨਾਂ ਨੇ ਦਿੱਤਾ ਆਪਣੀ ਸ਼ਹਾਦਤ ਦੇ ਕੇ, ਉਸ ਤੋਂ ਬਾਅਦ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਦੀਆਂ ਜਿਹੜੀਆਂ ਸਹਿਣਸ਼ੀਲਤਾ ਦੀਆਂ, ਜੰਗਾਂ ਦੀਆਂ ਜਿੰਨੀਆਂ ਵੀ ਮਿਸਾਲਾਂ ਮਿਲਦੀਆਂ ਨੇ, ਉਹੀ ਦੱਸਦੀਆਂ ਨੇ ਕਿ ਇਹ ਸਾਰੀ ਜੋਤ ਜਿਹੜੀ ਹੈਗੀ ਹੈ ਉਹ 9ਵੇਂ ਪਾਤਸ਼ਾਹ ਤੱਕ ਅੱਪੜਦੀ ਇੱਕ ਸਬਰ, ਸਿਦਕ, ਸੰਤੋਖ, ਸਮਰਪਣ ਦੀ ਜੋਤ ਬਣਦੀ ਹੈ। ਔਰ ਇਸੇ ਕਰਕੇ ਸ਼ਾਇਦ ਬਹੁਤ ਪਹਿਲਾਂ ਇੱਕ ਗੱਲ ਜਿਹੜੀ ਭੱਟ ਕਵੀ ਚਾਂਦ ਨੇ ਆਖੀ ਸੀ ਗੁਰੂ ਨਾਨਕ ਪਾਤਸ਼ਾਹ ਦੇ 9ਵੀਂ ਜੋਤ ਗੁਰੂ ਤੇਗ ਬਹਾਦਰ ਸਾਹਿਬ ਬਾਰੇ, ਕਿ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਏ, ਮਨ ਲੋਚੇ ਬੁਰਾਈਆਂ, ਗੁਰ ਸ਼ਬਦੀਏ ਮਨ ਹੋੜੀਏ, ਬਾਹੇ ਜਿਨ੍ਹਾਂ ਦੀ ਪਕੜੀਏ, ਸਿਰ ਦੀਜੇ ਬਾਹੇ ਨਾ ਛੋੜੀਏ, ਤੇਗ ਬਹਾਦਰ ਬੋਲਿਆ ਧਰ ਪਈਏ, ਧਰਮ ਨਾ ਛੋੜੀਏ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਾਇਦ ਜੇ ਇੱਕ ਕੋਟੇਸ਼ਨ ਦੇ ਵਿੱਚੋਂ ਜੇ ਉਹਨਾਂ ਦੀ ਜ਼ਿੰਦਗੀ ਦਾ ਨਾਮਾ ਕੱਢਣਾ ਹੋਵੇ, ਕਹਾਣੀ ਸਾਰੀ ਜਾਣਨੀ ਹੋਵੇ, ਤਾਂ ਭੱਟ ਕਵੀ ਚਾਂਦ ਤੋਂ ਇਹਨੇ ਖੂਬਸੂਰਤ ਸ਼ਬਦਾਂ ਚੋਂ ਹੀ ਪਛਾਣ ਸਕਦੇ ਹਾਂ। ਇਹ ਗੱਲ ਵੱਖਰੀ ਹੈ ਕਿ ਬਾਅਦ ਵਿੱਚ ਉਹਨਾਂ ਬਾਰੇ 'ਚ ਸੈਨਾਪਤ ਨੇ ਵੀ ਲਿਖਿਆ। ਸਾਡੇ ਸਤਿਕਾਰਯੋਗ ਭਾਈ ਮਨੀ ਸਿੰਘ ਦੀ ਸ਼ਹੀਦੀ ਬਿਲਾਸ ਜਿਹੜੀ ਪੁਸਤਕ ਹੈ, ਉਹਨਾਂ ਬਾਰੇ 'ਚ ਕ੍ਰਿਤ ਸੇਵਾ ਸਿੰਘ ਦੀ, ਉਸਨੇ ਵੀ ਜ਼ਿਕਰ ਕੀਤਾ। ਉਸ ਤੋਂ ਬਿਨਾਂ ਬਚਿੱਤਰ ਨਾਟਕ 'ਚ ਵੀ ਜ਼ਿਕਰ ਆਉਂਦਾ ਹੈ, ਜਿਸ ਚੌਪਈ ਸਾਹਿਬ ਦਾ ਜ਼ਿਕਰ ਆਪਾਂ ਪੜ੍ਹਦੇ ਹਾਂ ਕਿ ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕੀਨੋ ਬਡੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ, ਧਰਮ ਹੇਤ ਸਾਕਾ ਜਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ, ਨਾਟਕ ਚੇਤਕ ਕੀ ਇੱਕ ਕਾਜਾ, ਪ੍ਰਭ ਲੋਗਨ ਕੋ ਆਵੇ ਲਾਜਾ। ਜਾਂ ਜਦੋਂ ਬਚਿੱਤਰ ਨਾਟਕ 'ਚ ਇੱਕ ਹੋਰ ਥਾਂ ਤੇ 10ਵੇਂ ਪਾਤਸ਼ਾਹ ਲਿਖਦੇ ਨੇ ਕਿ ਠੀਕਰ ਫੋਰ ਦਰਿਸਪੁਰ ਸਿਰ, ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਰਿਆ, ਕਰੀ ਨ ਕਿਨਹੁ ਆਨ, ਤੇਗ ਬਹਾਦਰ ਕੇ ਚਲਤ, भयो ਜਗਤ ਕੋ ਸੋਕ, ਹੈ ਸਭ ਜਗ भयो, ਜੈ 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 ਸੁਰ ਲੋਕ। ਜਦੋਂ ਬਾਣੀ ਪੜ੍ਹਦੇ ਹਾਂ ਤਾਂ ਬਾਣੀ 'ਚ ਵੀ ਬੜਾ ਸਪਸ਼ਟ ਉਹਨਾਂ ਨੇ ਲਿਖਿਆ ਕਿ ਭੈ ਕਾਹੂ ਕੋ ਦੇਤ ਨੈ, ਨਾ ਭੈ ਮਨ ਤਾਨ। ਜਿਸ ਭਗਤ ਰਵਿਦਾਸ ਨੇ ਕਦੇ ਕਿਸੇ ਵਕਤ ਬੇਗਮਪੁਰਾ ਸ਼ਹਿਰ ਕੋ ਨਾਮ ਦੀ ਗੱਲ ਕੀਤੀ ਸੀ, ਉਸ ਬੇਗਮਪੁਰਾ ਦੀ ਉਸਾਰੀ ਵਾਸਤੇ ਮੇਰੇ 9ਵੇਂ ਪਾਤਸ਼ਾਹ ਨੇ ਆਪਣਾ ਸੀਸ ਭੇਟ ਕਰਕੇ ਉਸ ਗਮ ਮੁਕਤ ਇੱਕ ਸ਼ਹਿਰ ਵਸਾਉਣ ਦੀ ਗੱਲ ਕੀਤੀ, ਜਿਸ ਦੀ ਪੂਰਤੀ ਦਸ਼ਮੇਸ਼ ਪਿਤਾ ਨੇ ਅਨੰਦਪੁਰ ਸਾਹਿਬ 'ਚ ਖਾਲਸਾ ਪੰਥ ਦੀ ਸਿਰਜਣਾ ਕਰਕੇ ਕੀਤੀ। ਪਰ ਅੱਜ ਜਦੋਂ ਅਸੀਂ 400 ਉਹਨਾਂ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਤਾਂ ਸਾਡਾ ਸੋਚਣਾ ਬਣਦਾ ਹੈ ਕਿ ਕੀ ਅਸੀਂ ਉਹਨਾਂ ਦਾ ਸ਼ਹੀਦੀ ਵਰ੍ਹਾ, ਉਹਨਾਂ ਦਾ ਜਨਮ ਵਰ੍ਹਾ, ਉਹਨਾਂ ਦਾ ਕਰਮ ਵਰ੍ਹਾ, ਉਹਨਾਂ ਦਾ ਸੀਸ ਭੇਟ ਵਰ੍ਹਾ, ਉਹਨਾਂ ਦੀ ਜ਼ਿੰਦਗੀ ਦਾ ਹਰ ਕਦਮ ਜਾਣਨ ਦੇ ਮਾਨਣ ਦੇ ਯੋਗ ਵੀ ਹਾਂ ਕਿ ਨਹੀਂ ਹਾਂ। ਸਾਨੂੰ ਵੇਖਣਾ ਪਏਗਾ ਕਿ ਅਸੀਂ ਅੱਜ ਮਨ, ਬਚਨ, ਕਰਮ ਕਰਕੇ ਕਿੰਨੇ ਕੁ ਵਾਰਸ ਹਾਂ ਆਪਣੇ ਪੁਰਖੇ ਦੇ, ਆਪਣੇ ਵੱਡਪੁਰਖੇ ਦੇ ਵਾਰਸ ਹੋਣ ਵਾਸਤੇ ਸਾਨੂੰ ਜਿਸ ਕਿਸਮ ਦੀ ਤਪੱਸਿਆ ਦੀ ਲੋੜ ਸੀ, ਕੀ ਅਸੀਂ ਕੀਤੀ ਹੈ ਜਾਂ ਅਸੀਂ ਕਰ ਰਹੇ ਹਾਂ। ਜੇ ਨਹੀਂ ਕਰ ਰਹੇ ਤਾਂ ਸਾਡਾ, ਜਿਵੇਂ ਕਹਿੰਦੇ ਹੁੰਦੇ ਨੇ, ਸ਼ੀਸ਼ੇ ਅੱਗੇ ਖਲੋਣਾ ਬਣਦਾ ਕਿ ਅਸੀਂ ਕਰਦੇ ਕੀ ਹਾਂ, ਕਮਾਉਂਦੇ ਕੀ ਹਾਂ, ਤੇ ਆਪਣੇ ਆਪ ਨੂੰ ਸਮਝਦੇ ਕੀ ਹਾਂ, ਤੇ ਸਮਝਾਉਂਦੇ ਕੀ ਹਾਂ, ਤੇ ਸੁਸਾਇਟੀ ਨੂੰ ਕੀ ਦੇ ਰਹੇ ਹਾਂ। ਅੱਜ ਸਵੇਰੇ ਮੈਨੂੰ ਮੇਰੇ ਵੱਡੇ ਭਾਈ ਸਾਹਿਬ ਦਾ ਬਟਾਲੇ ਤੋਂ ਫੋਨ ਆਇਆ
ਉਹਨਾਂ ਨੇ ਗੱਲ ਕੀਤੀ ਕਿ ਮੈਂ ਅੱਜ ਇੱਕ ਪਿੱਪਲ ਦੇ ਕੋਲ ਖੜਾ ਸਾਂ। ਜੀ ਪਿੱਪਲ ਨੇ ਮੈਨੂੰ ਕਿਹਾ, ਤੁਸੀਂ ਮੈਨੂੰ ਛਾਂਗਣ ਲਈ ਤੇ ਬੜੇ ਸ਼ੇਰ ਬਣ ਜਾਂਦੇ ਹੋ, ਕਈ ਹਜ਼ਾਰ ਰੁਪਏ ਲਾ ਕੇ ਤੁਸੀਂ ਮੈਨੂੰ ਛੰਗਵਾ ਤੇ ਦਿੱਤਾ ਹੈ, ਜੀ ਕਦੇ ਲਾਇਆ ਵੀ ਹੈ? ਹਮ, ਮੈਂ ਤਾਂ ਫਿਰ ਹਰਾ ਭਰਾ ਹੋ ਜਾਵਾਂਗਾ, ਪਰ ਜੀ ਤੁਹਾਡੀ ਔਕਾਤ ਪਤਾ ਲੱਗ ਗਈ। ਮੈਨੂੰ ਲੱਗਦਾ ਹੈ ਕਿ ਦਸ਼ਮੇਸ਼ ਪਿਤਾ ਨੇ ਆਪਣਾ ਸੀਸ ਭੇਟ ਕਰਕੇ ਸਾਨੂੰ ਇਹ ਸ਼ੀਸ਼ਾ ਵੇਖਣ ਦੇ ਵਾਸਤੇ, ਜਿਵੇਂ ਉਸ ਪਿੱਪਲ ਨੇ ਸਵਾਲ ਕੀਤਾ ਮੇਰੇ ਵੱਡੇ ਵੀਰ ਨੂੰ, ਇਹੀ ਸਵਾਲ ਜੀ ਕਰਨਾ ਬਣਦਾ ਹੈ ਮੇਰੇ ਦਸ਼ਮੇਸ਼ ਪਿਤਾ ਦਾ ਸਾਨੂੰ। ਉਹਨਾਂ ਦੇ ਸਤਿਕਾਰਯੋਗ ਪਿਤਾ ਜੀ, ਵਾਹਿਗੁਰੂ ਮੈਨੂੰ ਸੁਵਤ ਬਖਸ਼ੇ, ਉਹਨਾਂ ਜੀ ਦੇ ਸਤਿਕਾਰਯੋਗ 9ਵੇਂ ਪਾਤਸ਼ਾਹ ਸਾਡੇ ਜਿਹੜੇ ਨੇ, ਉਹਨਾਂ ਦਾ ਕਹਿਣਾ ਬਣਦਾ ਜੀ ਸਾਨੂੰ ਕਿ ਜਦੋਂ ਮੈਂ ਸੀਸ ਭੇਟ ਕੀਤਾ ਸੀ, ਜੀ ਉਦੋਂ ਮੈਂ ਭਾਈ ਜੈਤੇ ਨੂੰ ਆਪਣਾ ਪੁੱਤਰ ਐਲਾਨਿਆ ਸੀ। ਜੀ ਤੁਸੀਂ ਮੇਰੇ ਪੁੱਤਰ ਨੂੰ ਹੀ ਆਪਣੇ ਤੋਂ ਨਖੇੜੀ ਜਾਂਦੇ ਹੋ। ਜੀ ਜ਼ਾਤ ਪਾਤ ਗੋਤ ਦਾ ਬੰਧਨ ਤੁਸੀਂ ਅਜੇ ਵੀ ਮੰਨਦੇ ਹੋ? ਕਿ 400 ਸਾਲ ਚ ਤੁਹਾਨੂੰ ਇੰਨਾ ਸਭ ਕੁਝ ਚੇਤੇ ਨਹੀਂ ਹੋਇਆ ਜਦੋਂ ਤੁਹਾਨੂੰ ਮੈਂ ਉਦੋਂ ਊੜਾੜਾ ਲਿਖ ਕੇ ਦਿੱਤਾ ਸੀ? ਇਹ ਸਾਰੇ ਜੀ ਸਵਾਲ ਨੇ ਜਿਹੜੇ ਜੀ ਸਾਡੇ ਸਾਹਮਣੇ ਦਰਪੇਸ਼ ਨੇ। ਉਹ ਗੁਰੂ ਘਰਾਂ ਚ ਵੀ ਵਿਚਾਰੇ ਜਾਣੇ ਚਾਹੀਦੇ ਨੇ, ਉਹ ਜ਼ਿੰਦਗੀ ਚ ਵੀ ਜੀ ਵਿਚਾਰੇ ਜਾਣੇ ਚਾਹੀਦੇ ਨੇ, ਉਹ ਸਿੱਖਿਆ ਤੰਤਰ ਚ ਵਿਚਾਰੇ ਜਾਣੇ ਚਾਹੀਦੇ ਨੇ। ਜਿਹੜਾ ਵੀ ਬੰਦਾ ਜਿਸ ਥਾਂ ਤੇ ਵੀ ਊਚ ਨੀਚ ਭੇਦਭਾਵ ਕਰਦਾ ਹੈ, ਰੰਗ ਨਸਲ ਜ਼ਾਤ ਭੇਦ ਦਾ, ਉਸ ਬੰਦੇ ਦਾ ਜੀ ਸੋਚਣਾ ਬਣਦਾ ਹੈ ਕਿ ਮੈਂ ਘੱਟੋ ਘੱਟ ਹੋਰ ਕੁਝ ਵੀ ਹੋ ਸਕਦਾ, ਮੈਂ ਗੁਰੂ ਦੇ ਆਸ਼ੇ ਤੇ ਉਦੇਸ਼ ਦੇ ਮੁਤਾਬਕ ਤੁਰਨ ਵਾਲਾ ਵਿਅਕਤੀ ਨਹੀਂ ਹੈ। ਅੱਜ ਜੀ ਜਦੋਂ ਮੁਲਕ ਦੇ ਵਿੱਚ ਹਰ ਥਾਂ ਦੇ ਉੱਤੇ ਹੀ ਏਕੀਕ੍ਰਿਤ ਸੱਭਿਆਚਾਰ ਦੀਆਂ ਗੱਲਾਂ ਹੋ ਰਹੀਆਂ ਨੇ, ਤਾਂ ਸਾਨੂੰ ਜੀ ਗੁਰੂ ਦੀ ਵੰਨ-ਸੁਵੰਨਤਾ ਤੇ ਬੜਾ ਫਖਰ ਹੁੰਦਾ ਹੈ ਕਿ ਸਾਡੇ ਗੁਰੂ ਨੇ ਕਿੰਨੇ ਸਾਲ ਪਹਿਲਾਂ ਜੀ ਇਸ ਵੰਨ-ਸੁਵੰਨਤਾ ਦੀ ਰਖਵਾਲੀ ਵਾਸਤੇ ਆਪਣਾ ਜੀਵਨ ਬਲੀਦਾਨ ਕੀਤਾ। ਜਿਹੜਾ ਜੀ ਜਨੇਊ ਮੇਰੇ ਪਹਿਲੀ ਪਾਤਸ਼ਾਹ ਨੇ ਪਾਉਣ ਤੋਂ ਇਨਕਾਰ ਕੀਤਾ ਸੀ, ਜੀ 9ਵੇਂ ਪਾਤਸ਼ਾਹ ਤੱਕ ਤੁਰਦੀ ਤੁਰਦੀ ਕਹਾਣੀ ਉਸ ਜਨੇਊ ਦੀ ਰਖਵਾਲੀ ਬਣਦੀ ਹੈ। ਜੀ ਇਹ ਸਫ਼ਰ ਸਬਰ ਸਿਦਕ ਸੰਤੋਖ ਸਮਰਪਣ ਦਾ ਸਫ਼ਰ ਹੈ। ਜੇ ਇਸ ਸਫ਼ਰ ਨੂੰ ਯਾਦ ਰੱਖੀਏ ਤਾਂ ਮੇਰਾ ਖਿਆਲ ਹੈ ਕਿ ਅਸੀਂ ਗੁਰੂ 9ਵੇਂ ਪਾਤਸ਼ਾਹ ਦੇ ਸੰਦੇਸ਼ ਨੂੰ, ਉਹਨਾਂ ਦੇ ਜੀ ਜੀਵਨ ਵਿਹਾਰ ਨੂੰ, ਕਿਰਦਾਰ ਨੂੰ ਤੇ ਉਹਨਾਂ ਵੱਲੋਂ ਬਖਸ਼ੀ ਨੂੰ ਹਾਰ ਨੂੰ ਸੰਭਾਲਣ ਦੇ ਕਾਬਿਲ ਹੋ ਸਕਾਂਗੇ। ਜੇ ਨਹੀਂ ਕਰਾਂਗੇ ਤਾਂ ਜੀ ਇਹ ਉਸੇ ਤਰ੍ਹਾਂ ਨਾਲ ਹੀ ਹੈ ਜਿਵੇਂ ਰੇਲਵੇ ਸਟੇਸ਼ਨ ਤੇ ਇੱਕ ਟ੍ਰੇਨ ਆਉਂਦੀ ਹੈ, ਲੰਘ ਜਾਂਦੀ ਹੈ, ਮੁਸਾਫਰ ਲੈ ਜਾਂਦੀ ਹੈ, ਉਸ ਤੋਂ ਬਾਅਦ ਵਿੱਚ ਭਾਂ ਭਾਂ ਕਰਦਾ ਖਾਲੀ ਸਟੇਸ਼ਨ ਹੁੰਦਾ ਖੜਾ। ਜੀ ਅਸੀਂ ਸ਼ਤਾਬਦੀਆਂ ਦੀ ਟ੍ਰੇਨ ਨੂੰ ਲਗਾਤਾਰ ਚਲਾਉਣਾ, ਸ਼ਤਾਬਦੀ ਜੀ ਨਾ ਵੀ ਹੋਵੇ, ਹਰ ਜੀ ਪਲ ਹਰ ਸਵਾਸ ਗੁਰੂ ਆਸ਼ੇ ਉਦੇਸ਼ ਚੱਲਣਾ ਚਾਹੀਦਾ, ਤਾਂ ਕਿ ਅਸੀਂ ਜੀ ਜ਼ਿੰਦਗੀ ਨੂੰ ਹੁਸੀਨ ਬਣਾ ਸਕੀਏ। ਜਿਸ ਕਿਸਮ ਦੇ ਪੂਰਨ ਸਾਡੇ ਪੁਰਖੇ ਸਾਨੂੰ ਪਾ ਕੇ ਦੇ ਕੇ ਗਏ ਨੇ, ਉਹ ਵੱਡੇ ਜੀ ਵਡੇਰੇ ਅੱਜ ਵੀ ਸਾਨੂੰ ਹਾਜ਼ਰ ਨਾਜ਼ਰ ਹੋ ਕੇ ਸਵਾਲ ਕਰਦੇ ਨੇ, ਨਾਲੇ ਸਾਨੂੰ ਦੱਸਦੇ ਨੇ ਕੱਲੇ ਕੱਲੇ ਸ਼ਬਦ ਰਾਹੀਂ ਕਿ ਜ਼ਿੰਦਗੀ ਸੋਹਜ ਸਿਰਜਣਾ ਦਾ ਨਾਂ ਆ, ਜੀ ਜ਼ਿੰਦਗੀ ਕੁਰਬਾਨੀ ਦਾ ਨਾਂ ਆ, ਜ਼ਿੰਦਗੀ ਜੀ ਕਦਮਾਂ ਨਾਲ ਤੁਰਨ ਦਾ ਨਾਂ ਆ। ਪੂਰਬੀ ਰਾਜਾਂ ਚ ਅੱਜ ਵੀ ਜਦੋਂ ਇੰਪ੍ਰਿੰਟਸ ਉਹਨਾਂ ਦੇਖਦੇ ਆ ਤਾਂ ਪਤਾ ਲੱਗਦਾ ਕਿ ਮੇਰੇ ਪਾਤਸ਼ਾਹ ਦੀ ਬੁੱਕਲ ਕਿੱਡੀ ਵੱਡੀ ਸੀ। ਸੀਸ ਭੇਟ ਕਰਨ ਲਈ ਗਏ ਨੇ ਤਾਂ ਉਹ ਸਿੱਧੇ ਦਿੱਲੀ ਵੀ ਜਾ ਸਕਦੇ ਸੀ ਅਨੰਦਪੁਰ ਸਾਹਿਬ ਤੋਂ। ਉਹ ਜੀ ਕਿਉਂ ਵਾਇਆ ਆਗਰਾ ਗਏ ਨੇ ਕਿ ਵੱਧ ਤੋਂ ਵੱਧ ਲੋਕਾਂ ਤੱਕ ਸੰਪਰਕ ਕਰਕੇ ਆਪਣੇ ਸੁਨੇਹੇ ਦਾ ਪ੍ਰਸਾਰ ਪ੍ਰਕਾਸ਼ ਕਰ ਸਕਾਂ। ਜੀ ਸੋ ਇਹੀ ਗੁਜ਼ਾਰਿਸ਼ ਹੈ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ, ਉਹਨਾਂ ਰਾਹੀਂ ਸਰਬੱਤ ਨੂੰ, ਕਿ ਜਿੱਥੇ ਕਿਤੇ ਵੀ ਹੋ, ਜਿਸ ਰੂਪ ਚ ਵੀ ਹੋ, ਸ਼ਬਦ ਸੱਭਿਆਚਾਰ ਦੀ ਉਸਾਰੀ, ਜ਼ਾਤ ਰੰਗ ਨਸਲ ਭੇਦ ਦਾ ਖਾਤਮਾ ਔਰ ਜੀ ਸਰਬੱਤਰ ਨੂੰ ਆਪਣੀ ਧਿਰ ਬਣਾਉਣ ਦੀ ਕੋਸ਼ਿਸ਼ ਕਰੋ, ਤਾਂ ਕਿ ਅਸੀਂ ਆਪਣੇ 9ਵੇਂ ਪਾਤਸ਼ਾਹ ਸਾਹਮਣੇ ਖੜੇ ਹੋਣ ਦੇ ਕਾਬਿਲ ਹੋ ਸਕੀਏ। ਸਾਨੂੰ ਸ਼ੀਸ਼ਾ ਦੁਰਕਾਰੇ ਨਾ, ਸਾਨੂੰ ਸ਼ੀਸ਼ਾ ਜੀ ਪਿਆਰੇ ਸਤਿਕਾਰੇ ਔਰ ਅਸੀਂ ਉਸ ਦੇ ਹੱਕਦਾਰ ਬਣ ਸਕੀਏ। ਜੀ ਗੁਰਭਜਨ ਜੀ, ਅੱਜ ਦੇ ਪਵਿੱਤਰ ਦਿਹਾੜੇ ਬਾਰੇ ਤੁਸੀਂ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਚਾਨਣਾ ਪਾ ਦਿੱਤਾ ਹੈ। ਤੇ ਹੁਣ ਵਰਤਮਾਨ ਸਮੇਂ ਦੀ ਗੱਲ ਕਰੀਏ ਤੇ ਕਰੋਨਾ ਕਾਲ ਹੈ, ਜਿਹੜਾ ਕੁਝ ਨਾ ਕੁਝ ਕਰਨ ਲਈ ਸਾਰਿਆਂ ਨੂੰ ਪ੍ਰੇਰਿਤ ਕਰ ਰਿਹਾ, ਪਰ ਆਪ ਸਾਡਾ ਪਿੱਛਾ ਨਹੀਂ ਛੱਡ ਰਿਹਾ। ਤੇ ਵਰਤਮਾਨ ਹਾਲਾਤਾਂ ਬਾਰੇ ਕੀ ਆਖੋਗੇ? ਵਰਤਮਾਨ ਹਾਲਾਤ ਬੜੇ ਅਲਾਰਮਿੰਗ ਨੇ, ਔਰ ਖਾਸ ਕਰਕੇ ਜਿਹੜੀ ਦੂਸਰੀ ਜਿਹੜੀ ਕਿਸ਼ਤ ਆਈ ਹੈ ਹੁਣ ਰੋਗ ਦੀ, ਜਿਸ ਕਿਸਮ ਦਾ ਇਹਦਾ ਹਮਲਾਵਰ ਰੁਖ ਹੈ, ਉਹਨੇ ਪੂਰਾ ਗਲੋਬ ਕੰਬਾਇਆ ਹੋਇਆ ਇਸ ਵਕਤ। ਔਰ ਲਿਸੇ ਨਤਾਣੇ ਮੁਲਕਾਂ ਤੇ ਉਹਦਾ ਇੰਪੈਕਟ ਇਸ ਕਰਕੇ ਜ਼ਿਆਦਾ ਕਿ ਅਸੀਂ ਆਪਣੀ ਨਿਕੰਮੀ ਯੋਜਨਾਕਾਰੀ ਕਰਕੇ ਨਾ ਤਾਂ ਆਪਣੇ ਹੈਲਥ ਸਿਸਟਮ ਨੂੰ ਇੱਕ ਸਾਲ ਦੇ ਵਿੱਚ ਸਟਰੈਂਥਨ ਕੀਤਾ, ਨਾ ਹੀ ਉਸ ਤੋਂ ਪਹਿਲੇ ਜਿਹੜੇ ਬੀਤੇ ਸਾਲ ਨੇ ਉਹਨਾਂ ਦੇ ਵਿੱਚ ਉਸ ਕਿਸਮ ਦੀ ਯੋਜਨਾਕਾਰੀ ਕੀਤੀ ਜਿਸ 'ਚ ਮਨੁੱਖ ਸੁਰੱਖਿਅਤ ਰਹਿ ਸਕੇ, ਕਿਸੇ ਕਿਸਮ ਦੇ ਵਾਇਰਸ ਤੋਂ, ਰੋਗਾਂ ਤੋਂ ਮੁਕਤ ਹਾਸਲ ਹੋ ਸਕੇ। ਨਾ ਹੀ ਅਸੀਂ ਉਸ ਕਿਸਮ ਦੀ ਪੇਸ਼ਬੰਦੀਆਂ ਕੀਤੀਆਂ ਨੇ ਕਿ ਕ੍ਰਾਈਸਿਸ ਦੀ ਘੜੀ ਵਿੱਚ ਅਸੀਂ ਆਪਣੇ ਆਪ ਨੂੰ ਮੈਨੇਜ ਕਿਵੇਂ ਕਰਨਾ ਹੈ। ਜੀ ਪਰਸੋਂ ਕਿਸੇ ਦੋਸਤ ਨੇ ਮੈਨੂੰ ਇੱਕ ਲਤੀਫਾ ਲਿਖ ਭੇਜਿਆ
ਉਹਨੇ ਤਾਂ ਲਤੀਫਾ ਭੇਜਿਆ, ਪਰ ਮੈਨੂੰ ਸੱਚ ਜਾਣਿਓ 2-3 ਘੰਟੇ ਬੇਚੈਨੀ ਵੀ ਲੱਗੀ ਰਹੀ। ਉਹਨੇ ਕਿਹਾ ਕਿ ਜੀ ਭਾਰਤ ਤੇ ਪਾਕਿਸਤਾਨ ਆਪਣੇ ਆਪ ਨੂੰ ਐਟਮੀ ਸ਼ਕਤੀਆਂ ਦਾਅਵੇਦਾਰੀ ਕਰਦੀਆਂ ਨੇ, ਔਰ ਹੈ ਵੀ ਨੇ। ਜੀ ਜਦੋਂ ਜੀ ਡਰਾਉਣਾ ਹੁੰਦਾ ਤਾਂ ਅਸੀਂ ਝਟਪਟ ਉਸ ਐਟਮ ਦੀ ਆੜ ਦੇ ਵਿੱਚ ਇੱਕ ਦੂਸਰੇ ਨੂੰ ਭੈਭੀਤ ਕਰਦੇ ਆ। ਜੀ ਪਰ ਦੁਖਾਂਤ ਇਹ ਹੈ ਕਿ ਭਾਰਤ ਕੋਲ ਮੁਕੰਮਲ ਆਪਣੇ ਸਿਟੀਜ਼ਨਸ ਵਾਸਤੇ ਮੈਡੀਕਲ ਆਕਸੀਜਨ ਹੈ ਨਹੀਂ, ਜੀ ਤੇ ਪਾਕਿਸਤਾਨ ਕੋਲ ਇਸ ਵਕਤ ਆਪਣੀ ਵੈਕਸੀਨੇਸ਼ਨ ਹੈ ਨਹੀਂ। ਜੀ ਮਨੁੱਖ ਨੂੰ ਕੀ ਚਾਹੀਦਾ? ਮਨੁੱਖ ਨੇ ਐਟਮ ਖਾਣਾ ਨਹੀਂ ਹੁੰਦਾ। ਜੀ ਮਨੁੱਖ ਜੇ ਸੈਂਟਰ 'ਚ ਆਉਂਦਾ ਹੈ ਤਦ ਹੀ ਉਸ ਨੂੰ ਅਸੀਂ ਵਿਕਾਸਸ਼ੀਲ ਮੁਲਕ ਕਹਿ ਸਕਦੇ ਹਾਂ, ਲੋਕ ਪੱਖੀ ਮੁਲਕ ਕਹਿ ਸਕਦੇ ਹਾਂ। ਅਦਰਵਾਈਜ਼ ਗਵਰਨੈਂਸ ਕਰਨ ਵਾਲੇ ਗਵਰਨੈਂਸ ਕਰੀ ਜਾਂਦੇ ਨੇ, ਰਾਜ ਕਰਨ ਵਾਲੇ ਰਾਜ ਕਰੀ ਜਾਂਦੇ ਨੇ, ਔਰ ਮਰਨ ਵਾਲੇ ਮਰੀ ਜਾਂਦੇ ਨੇ। ਜੀ ਜਦੋਂ ਆਟੋ ਰਿਕਸ਼ਿਆਂ 'ਚ ਲੱਦ ਕੇ, ਜਦੋਂ ਸਾਈਕਲ ਦੇ ਵਿਚਕਾਰ ਅੱਧੀ ਲਾਸ਼ ਉਧਰ ਅੱਧੀ ਲਾਸ਼ ਉਧਰ ਲੈ ਕੇ ਕੋਈ ਪੁੱਤਰ ਆਪਣੀ ਮਾਂ ਨੂੰ ਲੈ ਕੇ ਜਾ ਰਿਹਾ, ਕੋਈ ਸਾਈਕਲ ਤੇ ਮਰੇ ਹੋਏ ਕੱਟਿਆਂ ਨੂੰ ਲੱਦ ਕੇ ਲਿਜਾ ਰਿਹਾ, ਜੀ ਤਾਂ ਸ਼ਰਮ ਆਉਂਦੀ ਹੈ। ਇੱਕ ਉਰਦੂ ਦਾ ਸ਼ੇਰ ਬੜਾ ਕਮਾਲ ਦਾ ਚੇਤੇ ਆ ਰਿਹਾ ਕਿ ਮੁੱਦतें गुजरी है रंजो गम सहते हुए, शर्म सी आती है अब इसको वतन कहते हुए। ਜੀ ਜਿੱਥੇ ਵੈਸੇ ਵਤਨ ਤਾਂ ਸਾਡੇ ਚੰਗਾ ਹੀ ਹੈ। ਨਹੀਂ, ਵਤਨ ਕੋਈ ਮਾੜਾ ਨਹੀਂ ਹੁੰਦਾ ਪੁੱਤਰ, ਮਾੜਾ ਧਰਤੀ ਮਾੜੀ ਨਹੀਂ ਹੁੰਦੀ, ਜੀ ਨਾ ਹੀ ਹੱਦਾਂ ਸਰਹੱਦਾਂ ਮਾੜੀਆਂ ਹੁੰਦੀਆਂ ਨੇ। ਜੀ ਮਾੜਾ ਕੀ ਹੁੰਦਾ? ਮਾੜੀ ਔਕਾਤ ਹੁੰਦੀ ਹੈ, ਜਿਹੜੀ ਔਕਾਤ ਸਾਡੀਆਂ ਨੀਤੀਆਂ ਨੂੰ ਤੇ ਸਾਡੀਆਂ ਨੀਤਾਂ ਨੂੰ ਪਰਖਣ ਵਾਸਤੇ ਮੌਕੇ ਪ੍ਰਦਾਨ ਕਰਦੀ ਹੈ। ਅਸੀਂ ਜੀ ਲੋਕ ਪੱਖੀ, ਲੋਕ ਹਿਤੈਸ਼ੀ ਹੈਲਥ ਸਿਸਟਮ ਜੇ ਕ੍ਰੀਏਟ ਕੀਤਾ ਹੁੰਦਾ ਤਾਂ ਦੇਸ਼ 'ਚ ਜੀ ਰਿਕਾਰਡ ਤੋੜ ਜਿਹੜੇ ਕੇਸ ਕੱਲ੍ਹ ਤੱਕ ਆਏ ਨੇ, ਉਹ 3,79,000 ਕੇਸ ਕੱਲ੍ਹ ਦੇ ਰਿਪੋਰਟ ਹੋਏ ਨੇ, ਜਿਨ੍ਹਾਂ ਚੋਂ 3645 ਮੌਤਾਂ ਹੋਈਆਂ ਨੇ ਹਿੰਦੁਸਤਾਨ ਦੇ ਵਿੱਚ। ਔਰ ਸਿਹਤ ਮੰਤਰਾਲਾ ਘਰ 'ਚ ਇਕਾਂਤਵਾਸ ਹੋਣ ਦੀਆਂ ਸੋਧਾਂ ਤੇ ਨਿਰਦੇਸ਼ਾਂ ਤੇ ਦੇਈ ਜਾ ਰਿਹਾ, ਪਰ ਨਾਲ ਦੀ ਜੀ ਨਾਲ ਬੰਦੇ ਨੇ ਕਰਨਾ ਕੀ ਹੈ? ਉਹਦੇ ਕੋਲ ਇਨਫਰਾਸਟ੍ਰਕਚਰ ਹੈ ਕਿ ਨਹੀਂ ਹੈ? ਜੀ ਹੁਣ ਜੇ ਕੋਈ ਝੁੱਗੀ ਚੌਂਪੜੀ 'ਚ ਰਹਿਣ ਵਾਲਾ ਬੰਦਾ ਹੈ, ਉਹਨੂੰ ਕਹੋ ਕਿ ਫਾਸਲਾ ਬਣਾ ਕੇ ਰੱਖ, ਤੇ ਜੇ ਝੁੱਗੀ ਉਹਦੀ ਸਾਰੀ 10 ਫੁੱਟ ਦੀ ਹੈ, 6 ਜੀ 'ਚ ਰਹਿ ਰਹੇ ਨੇ, ਫਾਸਲਾ ਕਿੱਥੋਂ ਰੱਖ ਲਏਗਾ ਉਹ? ਜੀ ਸਾਡੇ ਕੋਲੇ ਹੈਲਥ ਸਰਵਿਸਿਜ਼ ਇੰਨੀਆਂ ਨਹੀਂ ਹੈਗੀਆਂ ਕਿ ਅਸੀਂ ਉਹਨਾਂ ਨੂੰ ਪਬਲਿਕ ਸੈਕਟਰ ਦੀਆਂ ਹੈਲਥ ਸਰਵਿਸਿਜ਼ ਦੇ ਵਿੱਚ ਪਾ ਸਕੀਏ। ਪ੍ਰਾਈਵੇਟ ਸੈਕਟਰ ਦੀਆਂ ਹੈਲਥ ਸਰਵਿਸਿਜ਼ ਜਿਹੜੀਆਂ ਨੇ, ਉਹਨਾਂ ਦੇ ਵਿੱਚ ਭਾਰੀ ਭਰਕਮ ਬਿੱਲ ਏਡੇ ਵੱਡੇ ਨੇ ਕਿ ਬੰਦਾ ਮਰਨ ਤੋਂ ਪਹਿਲਾਂ ਮਰ ਜਾਂਦਾ। ਇਸੇ ਤਰ੍ਹਾਂ ਦੇ ਨਾਲ ਹੀ ਅਸੀਂ ਇਹ ਗੱਲ ਭੁੱਲ ਜਾਂਦੇ ਹਾਂ ਕਿ ਸਾਡੇ ਕੋਲੇ ਇਸ ਵਕਤ ਜਿਹੜੇ ਅਗਲੇ ਸਮੇਂ ਦੇ ਵਿੱਚ ਲੋੜ ਹੈ, ਉਹ 5 ਲੱਖ ICCU ਬੈੱਡਾਂ ਦੀ ਲੋੜ ਹੈ, ਬੈੱਡਸ ਦੀ, ਔਰ ਲਗਭਗ 3.5 ਲੱਖ ਮੈਡੀਕਲ ਸਟਾਫ ਦੀ ਲੋੜ ਹੈ। ਪਰ ਹੈ ਕੀ ਹੈ ਠੁੰਠਣ ਗੋਪਾਲ। ਉਹ ਪ੍ਰਬੰਧ ਹੁਣ ਕਰਨੇ ਨੇ, ਬੂਹੇ ਆਈ ਜੰਨ ਤੇ ਵਿੰਨੋ ਕੁੜੀ ਦੇ ਕੰਨ। ਬਾਕੀ ਇਹ ਆ ਕਿ ਜਿਹੜਾ ਇੱਕ ਇੰਜੈਕਸ਼ਨ ਰੈਮੀਡੇਸਿਵਿਰ ਦੀ ਗੱਲ ਚੱਲਦੀ ਹੈ, ਉਹ ਮਤਲਬ ਲੋਕਾਂ ਨੇ ਸਟਾਕ ਕਰ ਲਿਆ। ਮਰਨ ਤੋਂ ਪਹਿਲਾਂ ਉਹਨਾਂ ਨੇ ਆਪਣੀ ਜੀਵਨ ਸੁਰੱਖਿਆ ਰੱਖ ਲਈ ਅਮੀਰ ਬੰਦਿਆਂ ਨੇ, ਔਰ CBI ਹੁਣ ਇਨਕੁਆਇਰ ਕਰ ਰਹੀ ਵੀ ਉਹ ਸਾਰਾ ਕੁਝ ਕਿਉਂ ਹੋਇਆ। ਔਰ ਮੈਡੀਕਲ ਸੁਪਰਵੀਜ਼ਨ ਤੋਂ ਬਿਨਾਂ ਉਹਦਾ ਮਤਲਬ ਕੋਈ ਨਹੀਂ ਬਣਦਾ। ਲਾਈਫ ਸੇਵਿੰਗ ਡਰੱਗ ਹੈ ਉਹ ਲੋਕੀ ਘਰਾਂ 'ਚ ਵੀ ਲਾਈ ਜਾ ਰਹੇ, ਠੋਕੀ ਤੁਰੇ ਜਾ ਰਹੇ, ਉਹਦੇ ਨਾਲ ਲੋਕ ਮਰੀ ਜਾ ਰਹੇ ਨੇ। ਸੋ ਸਾਡੀ ਜਿਹੜੀ ਇੱਕ ਅੰਧ ਵਿਸ਼ਵਾਸਤਾ ਜਿਹੜੀ ਹੈਗੀ, ਇੱਕ ਬਾਜ਼ਾਰ ਉਦੋਂ ਗਰਮ ਹੁੰਦਾ ਜਦੋਂ ਲੋਕਾਂ ਨੂੰ ਅਸੀਂ ਆਪਣੇ ਹੈਲਥ ਸਰਵਿਸਿਜ਼ ਤੋਂ, ਹੈਲਥ ਸਿਸਟਮ ਤੋਂ ਆਗਾਹ ਨਹੀਂ ਕਰਦੇ, ਉਹਨੂੰ ਸੁਚੇਤ ਨਹੀਂ ਕਰਦੇ, ਔਰ ਮੈਡੀਕਲ ਬੁਲੇਟਿਨ ਜਿਹੜੇ ਹੈਗੇ ਨੇ ਉਹਦੀ ਜ਼ੁਬਾਨ ਵਿੱਚ ਨਾਲੋਂ ਨਾਲ ਜਾਰੀ ਨਹੀਂ ਕਰਦੇ। ਮੈਂ ਤਾਂ ਲੱਖ ਸ਼ੁਕਰਾਨਾ ਕਰਦਾ ਪੰਜਾਬ ਗਵਰਨਮੈਂਟ ਦਾ ਕਿ ਉਹਨਾਂ ਨੇ ਸਾਰੇ ਮੈਡੀਕਲ ਬੁਲੇਟਿਨ ਜਿਹੜੇ ਨੇ ਪੰਜਾਬੀ 'ਚ ਵੀ, ਅੰਗਰੇਜ਼ੀ 'ਚ ਵੀ ਨਾਲੋਂ ਨਾਲ ਜਾਰੀ ਕਰ ਕਰਕੇ ਲੋਕਾਂ ਨੂੰ ਐਜੂਕੇਟ ਕਰਨ ਦੀ ਇੱਕ ਕੋਸ਼ਿਸ਼ ਤਾਂ ਕੀਤੀ ਹੈ, ਪਰ ਇਸ ਤੋਂ ਵੱਧ ਕੀਤੇ ਜਾਣ ਦੀ ਲੋੜ ਹੈ। ਹੁਣ ਜਿਹੜੇ ਸਾਡੇ 2 ਇੰਜੈਕਸ਼ਨ ਪ੍ਰਵਾਨਿਤ ਨੇ ਹਿੰਦੁਸਤਾਨ ਦੇ ਵਿੱਚ, ਉਹਨਾਂ ਦੋਹਾਂ ਦੀ ਕਮੀ ਇਸ ਵਕਤ ਆ ਰਹੀ ਪੰਜਾਬ ਦੇ ਵਿੱਚ। ਅਲਾਟ ਗਵਰਨਮੈਂਟ ਆਫ ਇੰਡੀਆ ਨੇ ਕਰਨੇ ਨੇ। ਅਲਾਟ ਨਾ ਹੋਣ ਕਰਕੇ ਜਿਹੜਾ 1 ਮਈ ਤੋਂ ਟੀਕਾਕਰਨ ਕੰਪੇਨ ਸ਼ੁਰੂ ਹੋਣੀ ਸੀ ਦੁਬਾਰਾ, ਉਸ ਵਾਸਤੇ ਸਾਡੇ ਕੋਲ ਟੀਕੇ ਹੀ ਹੈ ਨਹੀਂ। ਇਹ ਜਿਹੜਾ ਅੱਖ ਦਾ ਟੀਰ ਆ ਉਹ ਵੀ ਨੁਕਸਾਨ ਕਰ ਰਿਹਾ ਕਿ ਅਸੀਂ ਜਿੱਥੇ ਦਾ ਹਕੂਮਤ ਤੁਹਾਡੀ ਆਪਣੀ ਪਸੰਦ ਦੀ ਹੈ, ਉਹਦੇ ਵਾਸਤੇ ਤਾਂ ਸਾਡਾ ਜਿਹੜਾ ਵਰਤਾਵਾ ਆ ਉਹਦੀ ਡੂੰਘੇ ਹੱਥ ਜਾਂਦਾ ਵਰਤਾਉਣ ਵਾਸਤੇ, ਤੇ ਜਿੱਥੇ ਕਿਤੇ ਨਹੀਂ ਬਣਦੀ, ਸੁਰ ਨਹੀਂ ਰਲਦੀ, ਉੱਥੇ ਅਸੀਂ ਸ਼ਰੀਕਾਚਾਰੀ ਕਰਦੇ ਹਾਂ। ਜੇ ਤੁਸੀਂ ਬਹਿ ਹੀ ਗਏ ਉਸ ਇਨਸਾਫ ਦੀ ਕੁਰਸੀ ਦੇ ਉੱਤੇ, ਤਾਂ ਮਾੜਾ ਮੋਟਾ ਤੇ ਅਕਲ ਨੂੰ ਹੱਥ ਮਾਰੋ ਨਾ ਕਿ ਤੁਸੀਂ ਬੰਦੇ ਨੂੰ ਬੰਦਾ ਗਿਣੋ। ਜੇ ਪੰਜਾਬ 'ਚ ਮਰ ਰਿਹਾ, ਉਹ ਵੀ ਤਾਂ ਇੱਕ ਸਿਟੀਜ਼ਨ ਮਰ ਰਿਹਾ, ਉਹਦਾ ਵੀ ਆਧਾਰ ਕਾਰਡ ਉਹੋ ਜਿਹਾ ਜਿਹੋ ਜਿਹਾ ਮਹਾਰਾਸ਼ਟਰ ਵਾਲੇ ਦਾ, ਉਹੋ ਜਿਹਾ ਜਿਹੋ ਜਿਹਾ ਮੱਧ ਪ੍ਰਦੇਸ਼ ਵਾਲੇ ਦਾ। ਸੋ ਇਹ ਸਾਰਾ ਕੁਝ ਜਿਹੜਾ ਹੈਗਾ, ਇਸ ਗੱਲ ਨੂੰ ਈਵਨ RSS ਜਿਹੜੀ ਬਾਡੀ ਗਵਰਨ ਕਰਦੀ ਹੈ
ਭਾਰਤੀ ਜਨਤਾ ਪਾਰਟੀ ਨੂੰ, ਉਹਨਾਂ ਨੇ ਵੀ ਜੀ ਇਹ ਸਾਰੇ ਜੋ ਨਜਿੱਠਣ ਦਾ ਅੰਦਾਜ਼ ਆ ਉਸ ਨੂੰ ਬਹੁਤਾ ਚੰਗਾ ਨਹੀਂ ਮੰਨਿਆ। ਉਹ ਵੀ ਇਸ ਜੀ ਗੱਲ ਤੇ ਥੋੜੇ ਢਿੱਡੋਂ ਔਖੇ ਨੇ। ਇਹ ਗੱਲ ਵੱਖਰੀ ਹੈ ਕਿ ਇਸ ਵਕਤ ਉਹ ਕਹਿਣ ਦੀ ਪੋਜੀਸ਼ਨ 'ਚ ਨਹੀਂ ਹੈਗੇ ਕਿਉਂਕਿ ਸਰਕਾਰ ਜੀ ਕ੍ਰਿਟਿਸਾਈਜ਼ ਹੁੰਦੀ ਉਹਦੇ ਨਾਲ। ਪਰ ਸਰਕਾਰੀ ਜੀ ਤੰਤਰ ਜਿਸ ਹਿਸਾਬ ਨਾਲ ਚੱਲ ਰਿਹਾ, ਉਹ ਹੂੰ ਸਾਰਾ ਹੀ ਉਹਨਾਂ ਦਾ ਜਿਹੜਾ ਅੰਦਾਜ਼ ਹੈ ਇਸ ਵਕਤ ਉਹ ਹਾਕਮਾਨਾ ਆ, ਜੀ ਉਹ ਸਾਰਾ ਹੀ ਇੱਕ ਮੁਹੱਬਤੀ ਵਤੀਰਾ ਨਹੀਂ ਹੈ, ਜ਼ਿੰਦਗੀ ਨੂੰ ਜੀ ਮੁਹੱਬਤ ਕਰਨ ਵਾਲਾ ਵਤੀਰਾ ਨਹੀਂ ਹੈ। ਔਰ ਜਿਹੜਾ ਵਪਾਰੀ ਹੈ ਉਹ ਹੱਥ ਰੰਗ ਰਿਹਾ। ਜੀ ਜਿਹੜੀਆਂ ਵੈਕਸੀਨ ਤਿਆਰ ਕਰਨ ਵਾਲੀਆਂ ਇੰਡੀਅਨ ਸੀਰਮ ਇੰਸਟੀਚਿਊਟ ਆ ਜਾਂ ਦੂਸਰਾ ਇੱਕ ਇੰਸਟੀਚਿਊਟ ਹੋਰ ਆ, ਉਹਨਾਂ ਨੇ ਜੀ ਕੀਮਤਾਂ ਹੀ ਇੰਨੀਆਂ ਭਾਰੀ ਭਰਕਮ ਰੱਖ ਦਿੱਤੀਆਂ, ਭਾਵੇਂ ਸਟੇਟ ਗਵਰਨਮੈਂਟ ਨੇ ਪੇ ਕਰਨੀਆਂ ਨੇ, ਭਾਵੇਂ ਗਵਰਨਮੈਂਟ ਆਫ ਇੰਡੀਆ ਨੇ ਕਰਨੀਆਂ ਨੇ, ਪਰ ਮਹਿੰਗੀ ਚੀਜ਼ ਦਾ ਮਤਲਬ ਤਾਂ ਮਹਿੰਗਾ। ਜੀ ਤੁਸੀਂ ਲਾਈਫ ਸੇਵਿੰਗ ਡਰੱਗਸ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਤੁਸੀਂ ਕਿਉਂ ਨਹੀਂ ਕਾਮਨ ਮੈਨ ਵਾਸਤੇ ਇੰਨਾ ਕੁ R&D ਦੇ ਵਿੱਚੋਂ ਖਰਚਾ ਕੀਤਾ ਤਾਂ ਹੋਇਆ ਤੁਸੀਂ ਜੀ ਮੁਨਾਫੇ ਦੀ ਲੜਾਈ ਕਿਉਂ ਲੜ ਰਹੇ ਹੋ? ਤੁਸੀਂ ਕਿਉਂ ਨਹੀਂ ਤੁਸੀਂ ਮਨੁੱਖ ਪੱਖੀ ਲੜਾਈ ਲੜਦੇ ਕਿ ਮੇਰੀ ਧਰਤੀ ਦਾ ਜੇ ਸਿਟੀਜ਼ਨ ਸੁਰੱਖਿਅਤ ਹੈ ਤੇ ਜੀ ਉਸ ਨੂੰ ਮੈਂ ਆਪਣੇ ਭਵਿੱਖ ਦੇ ਗਾਹਕ ਦੇ ਰੂਪ ਸੁਰੱਖਿਅਤ ਕਰ ਰਿਹਾ। ਜੀ ਸਾਡੀ ਜਿਹੜੀ ਲਗਭਗ 135-40 ਕਰੋੜ ਆਬਾਦੀ ਹੈ, ਉਸ ਨੂੰ ਬਾਰ-ਬਾਰ ਉਸ ਵੈਕਸੀਨ ਦੀ ਲੋੜ ਪੈਣੀ ਹੈ, ਬਾਰ-ਬਾਰ ਉਹਨੇ ਜੀ ਇਨਵੈਸਟ ਕਰਨਾ ਉਸ R&D ਦੇ ਵਿੱਚ, ਰਿਸਰਚ ਐਂਡ ਡਿਵੈਲਪਮੈਂਟ ਦੇ ਵਿੱਚ, ਜਿਹੜੀ ਇਹਨਾਂ ਇੰਡੀਅਨ ਸੀਰਮ ਇੰਸਟੀਚਿਊਟ ਜਾਂ ਦੂਸਰੇ ਇੰਸਟੀਚਿਊਟ ਨੇ ਜਿਹੜੀਆਂ ਡਿਵੈਲਪ ਕੀਤੀਆਂ ਨੇ। ਸੋ ਜੀ ਉਹ ਭਾਵੇਂ ਕੀਮਤਾਂ ਘਟਾਈਆਂ ਨੇ, ਜਿਵੇਂ ਊਠ ਤੇ ਛਾਨਣੀ ਲਾ ਦਿੰਦੇ ਕਹਿੰਦੇ ਭਾਰ ਘਟ ਗਿਆ। ਹੁਣ ਜਿਹੜੀ ਜੀ ਚੀਜ਼ 600 ਚ ਮਿਲਦੀ ਸੀ ਉਹ 400 ਚ ਮਿਲ ਗਈ ਤੇ ਕਿੰਨਾ ਕੁ ਭਾਰ ਘਟ ਗਿਆ। ਜੀ ਫਿਰ ਇਹ ਆ ਕਿ ਜਦੋਂ ਕਮੀ ਹੈ ਤੇ ਲੋਕੀ ਲਾਈਨ ਚ ਲੱਗ ਕੇ ਜੋ ਲਵਾ ਰਹੇ ਨੇ, ਕਿੰਨੇ ਲੋਕਾਂ ਨੂੰ ਵਾਇਰਸ ਤੋਂ ਲਾਈਨ ਚੋਂ ਲੈ ਲੈਣਾ। ਜੀ ਇਹ ਸਾਰੀਆਂ ਗੱਲਾਂ ਸੋਚਣ ਵਿਚਾਰਨ ਵਾਲੀਆਂ ਨੇ ਨਾ। ਇਹ ਜੀ ਗੱਲਾਂ ਐਵੇਂ ਸੁੱਟ ਪਾਉਣ ਵਾਲੀਆਂ ਨਹੀਂ ਹੈ। ਹਾਂ, ਪ੍ਰਾਈਵੇਟ ਸੈਕਟਰ ਦੇ ਹਸਪਤਾਲ ਜਿਹੜੇ ਨੇ ਉਹ ਜੇ ਸੇਵਾ ਚ ਅੱਗੇ ਆਉਂਦੇ ਨੇ ਤਾਂ ਉਹਨਾਂ ਨੂੰ ਅਸਿਸਟ ਕਰਨ ਦੀ ਲੋੜ ਹੈ, ਸਟੇਟ ਗਵਰਨਮੈਂਟਸ ਵੱਲੋਂ ਵੀ, ਗਵਰਨਮੈਂਟ ਆਫ ਇੰਡੀਆ ਵੱਲੋਂ ਵੀ, ਕਿ ਉਹ ਜੀ ਪ੍ਰਾਈਵੇਟ ਸੈਕਟਰ ਦੇ ਹਸਪਤਾਲ ਜਿਹੜੇ ਨੇ ਫੈਸਿਲਿਟੇਟ ਕਰ ਰਹੇ ਨੇ, ਆਪਣੇ ਪੇਸ਼ੈਂਟਸ ਨੂੰ ਬਚਾ ਰਹੇ ਨੇ, ਔਰ ਉਸ ਬਚਾਉਣ ਦੇ ਜੀ ਵਿੱਚ ਉਹ ਸਰਕਾਰੀ ਤੰਤਰ ਦੀ ਇਮਦਾਦ ਕਰ ਰਹੇ ਨੇ। ਉਹ ਕੋਈ ਜੀ ਵੱਖਰੇ ਮੁਨਾਫਾ ਆਧਾਰਿਤ ਲੜਾਈ ਨਹੀਂ ਲੜ ਰਹੇ। ਹਾਂ, ਜੀ ਜਦੋਂ ਰੋਗੀ ਰੋਗ ਯੁਕਤ ਹੋ ਜਾਂਦਾ ਤਾਂ ਉਦੋਂ ਜ਼ਰੂਰ ਜੀ ਫਾਇਦਾ ਉਠਾਉਂਦੇ ਨੇ ਉਹ, ਜੀ ਪਰ ਉਸ ਤੋਂ ਪਹਿਲਾਂ ਪੇਸ਼ਬੰਦੀਆਂ ਦੇ ਵਿੱਚ ਕੰਟਰੀਬਿਊਟ ਕਰਦੇ ਨੇ, ਉਹਦੇ ਵਿੱਚ ਸਾਨੂੰ ਉਹਨਾਂ ਦੀ ਹੈਲਪ ਲੈਣੀ ਚਾਹੀਦੀ ਹੈ। ਜੀ ਬਿਲਕੁਲ। ਗੁਰਭਜਨ ਜੀ, ਗੱਲ ਆਪਾਂ ਟੀਕਾਕਰਨ ਦੀ ਕਰ ਲਈਏ ਤੇ ਗੱਲ ਆਕਸੀਜਨ ਦੀ ਨਾ ਕਰੀਏ ਤੇ ਅਧੂਰੀ ਲੱਗਦੀ ਹੈ, ਕਿਉਂਕਿ ਆਕਸੀਜਨ ਦੀ ਕਮੀ ਨਹੀਂ ਸੀ ਸਾਡੇ ਦੇਸ਼ ਵਿੱਚ। ਇਹ ਕਮੀ ਅਚਾਨਕ ਪੈਦਾ ਕਿਉਂ ਹੋ ਗਈ? ਕਮੀ ਬੇਟੇ ਉਦੋਂ ਹੁੰਦੀ ਹੈ ਜਦੋਂ ਤੁਹਾਡੇ ਕੋਲ ਮਰੀਜ਼ ਵੱਧਦੇ ਨੇ। ਜਦੋਂ ਜੀ ਪਹਿਲਾਂ ਗੱਲ ਕਰ ਹਾਲਾਤ ਠੀਕ ਨੇ, ਮੇਰੇ ਫੇਫੜੇ ਤਾਂ ਇੱਥੋਂ ਬਾਹਰੋਂ ਤੂਤ ਥੱਲੇ ਵੀ ਲੈ ਲੈਂਦੇ ਨੇ, ਟਾਹਲੀ ਜੀ ਥੱਲੇ ਵੀ ਲੈ ਲੈਂਦੇ ਨੇ, ਅੰਬ ਥੱਲੇ ਵੀ ਲੈ ਲੈਂਦੇ ਨੇ ਆਕਸੀਜਨ। ਜੀ ਜਦੋਂ ਤੁਸੀਂ ਮਰਦਾ ਕੀ ਨਾ ਕਰਦਾ ਵਾਲੀ ਗੱਲ ਹੈ, ਜੋ ਤੁਹਾਡੇ ਫੇਫੜੇ ਜਾਮ ਹੋਏ ਪਏ ਨੇ, ਤੁਹਾਨੂੰ ਮੈਡੀਕਲ ਆਕਸੀਜਨ ਦੀ ਲੋੜ ਆ, ਉੱਥੇ ਵਾਸਤੇ ਤਾਂ ਸਾਡੇ ਜੀ ਪ੍ਰਬੰਧ ਹੀ ਹੈ ਨਹੀਂ। ਜੀ ਜਿਵੇਂ ਕਿਸੇ ਵੇਲੇ ਗੈਸ ਦੇ ਸਿਲੰਡਰਾਂ ਦੀ ਲਾਈਨ ਲੱਗ ਕੇ ਲੋਕ ਗੈਸ ਲੈਣ ਜਾਂਦੇ ਹੁੰਦੇ ਸੀ, ਮੈਂ ਆਪ ਸੀਨ ਦੇਖੇ ਨੇ, ਜੀ ਆਪ ਲਾਈਨ 'ਚ ਲੱਗਦਾ ਰਿਹਾ। ਅੱਜ ਜੀ ਆਕਸੀਜਨ ਦੇ ਸਿਲੰਡਰ ਲੱਗੇ ਹੋਏ ਨੇ, ਲਾਈਨਾਂ ਲੱਗੀਆਂ ਹੋਈਆਂ ਨੇ, ਔਰ ਜਿਹੜੇ ਗੁਰਦੁਆਰਿਆਂ ਨੂੰ ਫੂਕਣ ਵਾਸਤੇ 84 ਦੇ ਵਿੱਚ ਦਿੱਲੀ ਦੇ ਵਿੱਚ ਦੰਗਈ ਗੁਰਦੁਆਰੇ ਲੱਭਦੇ ਫਿਰਦੇ ਸੀ ਵੀ ਅੱਗ ਲਾਉਣੀ ਹੈ, ਜੀ ਉੱਥੇ ਹੁਣ ਆਕਸੀਜਨ ਲੈਣ ਵਾਸਤੇ ਲੱਭਦੇ ਫਿਰਦੇ ਨੇ, ਨਿਸ਼ਾਨ ਸਾਹਿਬ ਕਿੱਥੇ ਲੱਗੇ ਉੱਥੋਂ ਆਕਸੀਜਨ ਮਿਲਦੀ ਹੈ। ਜੀ ਇਹ ਅਸਲੀ ਧਰਮ ਤਾਂ ਇਹ ਆ ਨਾ, ਗੁਰੂ ਤੇਗ ਬਹਾਦਰ ਸਾਹਿਬ ਨੂੰ ਅਸਲੀ ਸ਼ਰਧਾਂਜਲੀ ਤਾਂ ਇਹ ਆ, ਯਾਦ ਕਰਨ ਦਾ ਜੀ ਤਰੀਕਾ ਤਾਂ ਇਹ ਆ। ਔਰ ਸਾਡਾ ਜੀ ਗੁਰੂ ਘਰ ਜਿਹੜਾ ਹੈਗਾ ਉਹ ਸਾਰਿਆਂ ਦੀ ਵੱਡੀ ਬੁੱਕਲ ਹੈ, ਹਰ ਇੱਕ ਨੂੰ ਸੁੱਖ ਦਿੰਦਾ, ਠੰਡਕ ਦਿੰਦਾ। ਔਰ ਅੱਜ ਜੀ ਜਦੋਂ ਐਡਾ ਵੱਡਾ ਰੋਲ ਪਲੇ ਕਰ ਰਹੇ ਨੇ, ਉਹਨੂੰ ਸਲਾਮ ਕਰਨਾ ਬਣਦਾ। ਔਰ ਸਾਨੂੰ ਇਹ ਗੱਲ ਕਦੇ ਨਹੀਂ ਵਿਸਾਰਨੀ ਚਾਹੀਦੀ ਕਿ ਉਹ ਗਵਰਨੈਂਸ ਦੀ ਹਾਰ ਵੀ ਬਹੁਤ ਵੱਡੀ ਹੈ। ਜੀ ਜੇ ਗਵਰਨੈਂਸ ਦੇਣ ਵਾਲਿਆਂ ਨੇ ਪਲਾਨ ਕੀਤਾ ਹੁੰਦਾ ਕਿ ਸਮੇਂ ਸਿਰ ਸਾਨੂੰ ਇੰਨੀ ਆਕਸੀਜਨ ਲੋੜ, ਇੰਨੇ ਲੋਕ ਜੇ ਸਿੱਖ ਹੋਣ ਤਾਂ ਇੰਨੀ ਲੋੜ ਪੈਣੀ ਹੈ, ਜੀ ਜੀ ਇਹ ਹੁਣ ਅੱਜ ਐਪਰੀਸ਼ੀਏਟ ਕੀਤਾ ਗੁਜ਼ਾਰਾ ਨਹੀਂ ਹੋਣਾ। ਸਾਨੂੰ ਆਪਣੇ ਜੀ ਸਿਸਟਮ ਦੇ ਵਿੱਚ ਨਵੇਂ ਯੂਨਿਟ ਐਸਟੈਬਲਿਸ਼ ਕਰਨੇ ਪੈਣਗੇ, ਸਥਾਪਿਤ ਕਰਨੇ ਪੈਣਗੇ, ਜਿੱਥੇ ਅਸੀਂ ਮੈਡੀਕਲ ਜੀ ਆਕਸੀਜਨ ਦੀ ਜਿਹੜੀ ਸਪਲਾਈ ਵਧਾ ਸਕੀਏ। ਅਸੀਂ ਜੀ ਸੁਣ ਰਹੇ ਸਾਂ ਕਿ ਅੰਮ੍ਰਿਤਸਰ 'ਚ 5 ਪਲਾਂਟ ਸੀਗੇ, ਜੀ ਇੱਕ ਹੀ ਵਰਕਿੰਗ ਪੋਜੀਸ਼ਨ ਦੇ ਵਿੱਚ ਹੈ। ਜਿੰਨੀ ਉਹਦੀ ਪ੍ਰੋਡਕਸ਼ਨ ਹੈ ਉਹਦੇ ਨਾਲੋਂ ਘੱਟੋ ਘੱਟ 10 ਟਾਈਮ ਜ਼ਿਆਦਾ ਲੋਡ ਹੈ। ਜਿਹੜੇ ਜੀ ਡਾਕਟਰਾਂ ਨੇ ਹਸਪਤਾਲ ਦੇ ਵਿੱਚ ਇਲਾਜ ਕਰਨਾ, ਉਹ ਡਾਕਟਰ ਲਾਈਨ 'ਚ ਲੱਗ ਕੇ ਸਿਲੰਡਰ ਲੈ ਰਹੇ ਨੇ ਉੱਥੇ। ਜੀ ਮਤਲਬ ਤੁਸੀਂ ਇਹ ਸੋਚੋ ਵਿਚਾਰੋ ਕਿ ਇਹ ਕਿਹੜੀ ਯੋਜਨਾ ਕਰੀ ਹੈ। ਜੀ ਯੋਜਨਾ ਕਰੀ ਕੱਲੀ ਇਹੀ ਹੈ ਕਿ ਜੇ ਕੋਈ ਹੱਕ ਮੰਗੇ ਤੇ ਉਹਦੀ ਡਾਂਗਾ ਕਿੱਥੇ ਮਾਰਨੀਆਂ ਤੇ ਕਿੰਨੇ ਬੰਦਿਆਂ ਤੋਂ ਮਰਵਾਉਣੀਆਂ ਨੇ, ਕਿੰਨੇ ਬੰਦਿਆਂ ਵਾਸਤੇ ਕਿੰਨੇ ਬੰਦੇ ਡਾਂਗ ਵਾਲੇ ਚਾਹੀਦੇ ਨੇ। ਜੀ ਇਹ ਗਵਰਨੈਂਸ ਇਹ ਥੋੜੀ ਹੈ। ਗਵਰਨੈਂਸ ਇਹ ਵੀ ਹੈ ਕਿ ਜੇ ਬੰਦੇ ਸਿੱਖ ਹੁੰਦੇ ਨੇ, ਉਹਨੂੰ ਕਿੰਨੀਆਂ ਐਂਬੂਲੈਂਸਿਸ ਦੀ ਲੋੜ ਹੈ, ਕਿਹੜੇ ਕਿਹੜੇ ਸੋਰਸ ਤੇ ਅਵੇਲੇਬਲ ਹੈ, ਉਹ ਨਾ ਸਾਰਿਆਂ ਨੂੰ ਪੂਲ ਕਰੋ। ਜੀ ਮਤਲਬ ਸਾਡੇ ਕੋਲ ਜਿਹੜਾ ਮਸਲਾ ਹੈ, ਉਹ ਮਸਲਾ ਤਾਂ ਹੈਗਾ ਜਾਂ ਤਾਂ ਥੋੜ ਦਾ, ਜੀ ਜਾਂ ਨਲਾਇਕੀ ਦਾ, ਜਾਂ ਅਬੰਡੈਂਸ ਦਾ। ਜੀ ਸਹੂਲਤਾਂ ਹੈਗੀਆਂ ਪਰ ਕਈ ਵਲੀ ਕੰਧਾਰੀ ਉੱਤੇ ਕਾਬਜ਼ ਹੋਏ ਬੈਠੇ ਨੇ, ਜੀ ਉਹਨਾਂ ਸਹੂਲਤਾਂ ਨੂੰ ਰਿਲੀਜ਼ ਨਹੀਂ ਕਰਦੇ। ਹੋਮੋਪੈਥੀ ਦੀ ਇੱਕ ਮੈਡੀਸਿਨ ਬਾਰੇ ਚਰਚਾ ਚੱਲਿਆ ਕਿ ਫੇਫੜਿਆਂ ਨੂੰ ਸਾਫ਼ ਕਰਦੀ ਹੈ,
ਔਰ ਜੀ ਮੈਨੂੰ ਕੱਲ ਹੀ ਦੱਸ ਰਿਹਾ ਸੀ, ਬਰਨਾਲੇ ਤੋਂ ਮੇਰਾ ਹੋਮਵੈਲਥ ਦੋਸਤ ਹੈ ਮੁੰਡਾ, ਮਨਦੀਪ ਸਿੰਘ ਟੱਲੇਵਾਲੀ ਆ, ਕਹਿੰਦਾ ਕਿ ਜੀ ਮਾਰਕੀਟ ਚੋਂ ਹੀ ਖਤਮ ਹੋ ਗਈ ਉਹ ਜੀ ਮੈਡੀਸਨ ਜਿਹੜੀ ਹੈ। ਹੂੰ ਲੋਕਾਂ ਨੇ ਜਿਹਨੂੰ ਇੱਕ ਸ਼ੀਸ਼ੀ ਦੀ ਲੋੜ ਸੀ ਉਹਨੇ 10 ਖਰੀਦ ਲਈਆਂ। ਜੀ ਮਤਲਬ ਸਾਡੀ ਵੀ ਤਾਂ ਹਾਲਤ ਇਹ ਹੈ ਨਾ ਕਿ ਅਸੀਂ, ਮਤਲਬ ਸਾਡੇ ਅੰਦਰ ਬੈਠਾ ਇੱਕ ਵਲੀ ਖਿਡਾਰੀ ਜਿਹੜਾ ਸਾਰੇ ਸੋਮਿਆਂ ਤੇ ਕਬਜ਼ਾ ਕਰਨਾ ਚਾਹੁੰਦਾ। ਜੀ ਆਪਣੇ ਆਪ ਨੂੰ ਸੁਰੱਖਿਅਤ ਕਰਦਿਆਂ ਅਸੀਂ ਇਨਸਾਨੀਅਤ ਨੂੰ ਖਤਰੇ 'ਚ ਪਾ ਦਿੰਦੇ ਹਾਂ। ਜੀ ਬਿਲਕੁਲ ਸਹੀ ਹੈ। ਤੇ ਗੁਰਭਜਨ ਜੀ, ਟੀਕਾਕਰਨ ਦੀ ਆਪਾਂ ਗੱਲ ਕੀਤੀ ਸੀ ਨਾ, ਤੇ ਇੱਥੇ ਮੈਂ ਕਿਤੇ ਪੜ੍ਹਿਆ ਕਿ ਛੱਤੀਸਗੜ੍ਹ ਦੀ ਸਰਕਾਰ ਨੇ ਨਾ ਟੀਕਾਕਰਨ 'ਚ ਵੀ ਰਾਖਵਾਂਕਰਨ ਦਿੱਤਾ ਹੈ। ਉਹ ਤੇ ਰਾਖਵਾਂਕਰਨ ਟੀਕਾਕਰਨ ਦਾ ਜਿਹੜਾ ਹੈ, ਉਹ ਗੱਲ ਜਿਹੜੀ ਜੀ ਉਹਨਾਂ ਨੇ ਕੀਤੀ ਹੈ ਉਹ ਬਹੁਤੀ ਮਾੜੀ ਨਹੀਂ ਕੀਤੀ। ਜੀ ਉਹਨਾਂ ਨੇ ਇਕਨੋਮਿਕ ਤੇ ਸੋਸ਼ਲ ਜਿਹੜਾ ਸਟੇਟ ਹੈ ਉਹਦੇ ਮੁਤਾਬਕ ਉਹਨਾਂ ਨੇ ਕੀਤਾ ਕਿ ਜਿਹੜੇ ਲਿੱਸੇ ਕਮਜ਼ੋਰ ਲੋਕ ਨੇ ਉਹਨਾਂ ਨੂੰ ਵੱਧ ਮੈਡੀਕਲ ਕੇਅਰ ਦੀ ਲੋੜ ਹੈ, ਉਹਨਾਂ ਨੂੰ ਪਹਿਲ ਜੀ ਦਿੱਤੀ ਹੈ। ਜਿਵੇਂ ਸਾਡੇ ਜੀ ਇੱਥੇ 60 ਸਾਲ ਤੋਂ ਵੱਡਿਆਂ ਨੂੰ ਪਹਿਲਾਂ ਪਹਿਲ ਦਿੱਤੀ ਗਈ ਸੀ, ਫਿਰ ਹੂੰ 45 ਸਾਲ ਤੋਂ ਵੱਡਿਆਂ ਨੂੰ ਪਹਿਲ ਦਿੱਤੀ ਗਈ ਸੀ, ਹੁਣ ਜੀ ਅਲਟੀਮੇਟਲੀ 16 ਸਾਲ ਤੇ ਗੱਲ ਆ ਗਈ। ਜੀ ਇਹ ਰਿਜ਼ਰਵੇਸ਼ਨ ਨਹੀਂ ਹੁੰਦੀ। ਰਿਜ਼ਰਵੇਸ਼ਨ ਤਾਂ ਹੋਵੇ ਜੇ ਜ਼ਾਤ ਆਧਾਰਿਤ ਹੋਵੇ ਜੀ ਜਾਂ ਕੋਈ ਰੰਗ ਆਧਾਰਿਤ ਹੋਵੇ, ਨਸਲ ਆਧਾਰਿਤ ਹੋਵੇ। ਇਹ ਰਿਜ਼ਰਵੇਸ਼ਨ ਜੀ ਇਕਨੋਮਿਕ ਤੁਹਾਡੀ ਜਿਹੜੀ ਸੋਸ਼ਲ ਦੀ ਹੈਗੀ ਹੈ ਪਲੈਨਿੰਗ, ਉਹਦੇ ਵਿੱਚ ਮੈਨੂੰ ਜੀ ਲੱਗਦਾ ਕਿ ਕਿਆਰੇ ਵੰਡ ਤਾਂ ਕਰਨੀ ਪੈਂਦੀ ਕਈ ਵਾਰੀ ਇਸ ਵਾਸਤੇ ਕਿ ਉਹ ਜੀ ਸੈਂਸੀਬਲ ਢੰਗ ਨਾਲ ਸਾਰੀ ਗਵਰਨੈਂਸ ਉਸ ਨੂੰ ਠੀਕ ਤਰ੍ਹਾਂ ਟੈਕਲ ਕਰ ਸਕੇ ਕਿ ਕਿਹੜੇ ਵਰਗ ਨੂੰ ਜ਼ਿਆਦਾ ਸਮੱਸਿਆਵਾਂ ਆ ਰਹੀਆਂ ਨੇ। ਜੀ ਉਹਨਾਂ ਨੂੰ ਜੇ ਪਹਿਲ ਦੇ ਆਧਾਰ ਤੇ ਟੀਕਾਕਰਨ ਹੋ ਜਾਂਦਾ ਤਾਂ ਉਹਦੇ ਨਾਲ ਜੀ ਸਟੇਟ ਹੈਲਥ ਵੀ ਇੰਪਰੂਵ ਹੁੰਦੀ, ਸੁਧਰਦੀ ਹੈ। ਇਸ ਕਰਕੇ ਜੀ ਮੈਂ ਇਸ ਨੂੰ ਘੱਟੋ ਘੱਟ ਕੇ ਇਲਜ਼ਾਮ ਵਾਂਗ ਨਹੀਂ ਦੇਖਦਾ, ਮੈਂ ਇਹਨੂੰ ਚੰਗੀ ਜੀ ਯੋਜਨਾਕਾਰੀ ਵਾਂਗ ਦੇਖਦਾ। ਚਲੋ, ਇਹ ਗੱਲ ਤਾਂ ਠੀਕ ਸਮਝ ਆ ਗਈ ਹੈ। ਤੇ ਹੁਣ ਜੇ ਬੰਗਾਲ ਚੋਣਾਂ ਦੀ ਕਰੀਏ, ਤੇ ਚੋਣਾਂ ਖਤਮ ਹੋ ਗਈਆਂ ਤੇ ਕਰੋਨਾ ਆ ਗਿਆ, ਸਖਤੀ ਲਾਗੂ ਹੋ ਗਈ ਹੈ, ਤੇ ਕੀ ਕਹਿਣਾ ਚਾਹੋਗੇ ਇਸ ਬਾਰੇ ਮੈਂ ਤੁਸੀਂ? ਬੇਟੇ ਕੀ ਕਹਿਣਾ, ਮੈਂ ਤਾਂ ਕੁਝ ਵੀ ਨਹੀਂ ਕਹਿਣ ਜੋਗਾ। ਮੈਂ ਤਾਂ ਸਮਝ ਲਿਆ ਵੀ ਬੁੱਢੇ ਬਾਰੇ ਹੁਣ ਮੈਂ ਤਾਂ ਕੀ ਕਹਿਣਾ। ਜੋ ਕਹਿ ਗਏ ਨੇ 3-4 ਨਿਆਣੇ ਨਿੱਕੇ ਨਿੱਕੇ, ਉਹਨਾਂ ਦੀ ਇੱਕ ਸਕਿੱਟ ਇਸ ਵੇਲੇ ਬੜੀ ਜਾਂਗੜੀ ਹੋਈ ਹੈ, ਵਾਇਰਲ ਹੋਈ ਹੈ ਸਾਰੇ ਸੋਸ਼ਲ ਮੀਡੀਆ ਤੇ। ਬੱਚੇ ਨਿੱਕੇ ਨਿੱਕੇ ਕਹਿੰਦੇ ਨੇ ਕਰੋਨਾ ਜਿਹੜਾ ਨਾ ਨਾਸਤਕ ਹੈ। ਜੀ ਕਹਿੰਦੇ ਕਿਉਂ? ਕਹਿੰਦੇ ਕੁੰਭ ਤੇ ਵੀ ਨਹੀਂ ਨਹਾਉਣ ਜਾਂਦਾ, ਅੱਛਾ ਜੀ ਇਹ ਮੰਦਿਰ 'ਚ ਨਹੀਂ ਜਾਂਦਾ, ਮਸੀਤ 'ਚ ਵੀ ਨਹੀਂ ਜਾਂਦਾ, ਸਾਡੇ ਸਕੂਲਾਂ 'ਚ ਧੱਕੇ ਖਾਂਦਾ ਫਿਰਦਾ। ਹੂੰ ਸੱਚ ਹੀ ਹੈ ਵੈਸੇ। ਇਹ ਨਾਸਤਕ ਹੈ। ਇੱਕ ਹੂੰ ਹੋਰ ਨਿਆਣਾ ਕਹਿੰਦਾ ਨਹੀਂ 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 ਨਹੀਂ, ਇਹ ਰੱਬ ਤੋਂ ਡਰਦਾ ਹੈ। ਜੀ ਸੱਚ ਇਹ ਆ ਕਿ ਜਦੋਂ ਗਰਜ਼ ਹੁੰਦੀ ਹੈ ਵੋਟਾਂ ਦੀ, ਜੀ ਉਦੋਂ ਸਾਨੂੰ ਸਾਰੇ ਅਨੁਸ਼ਾਸਨ ਭੁੱਲ ਜਾਂਦੇ ਨੇ। ਜੀ ਉੱਥੇ ਤਾਂ ਅਸੀਂ ਪੱਟੀਆਂ ਬੰਨ ਮੂੰਹ ਖੋਲ ਬਾਹਾਂ ਮਾਰ ਭੀੜ ਦੇ ਵਿੱਚ ਵੱਜਦੇ ਸਾਰਾ ਕੁਝ ਕਰੀ ਜਾਂਦੇ ਆ, ਜੋ ਕੁਝ ਬੰਦੇ ਨੂੰ ਨਹੀਂ ਜੀ ਕਰਨਾ ਚਾਹੀਦਾ ਇਸ ਕ੍ਰਾਈਸਿਸ ਦੀ ਘੜੀ 'ਚ। ਜੀ ਤੇ ਜਦੋਂ ਅਸੀਂ ਆਨਲਾਈਨ ਮੀਟਿੰਗ ਲੈਂਦੇ ਆ, ਉਦੋਂ ਜੀ ਵੱਡੀ ਸਾਰੀ ਪੱਟੀ ਮੂੰਹ ਤੇ ਬੰਨੀ ਹੁੰਦੀ, ਜਿਵੇਂ ਸਾਰਾ ਵਾਇਰਸ ਜਿਹੜਾ ਹੈਗਾ ਉਹ ਟੈਲੀਫੋਨ ਰਾਹੀਂ ਆ ਜਾਣਾ ਹੁੰਦਾ। ਜੀ ਇਹ ਸਾਡੇ ਵੀ ਤਾਂ ਚਿਹਰੇ ਦੋ ਨੇ ਨਾ। ਹੂੰ ਹੁਣ ਮੈਂ ਤੇਰੇ ਨਾਲ ਗੱਲ ਕਰ ਰਿਹਾ ਪਰਵਿੰਦਰ, ਹੁਣ ਇਸ ਵੇਲੇ ਪੱਟੀ ਮੂੰਹ ਤੇ ਬੰਨੀ ਹੋਵੇ, ਵੇਖਣ ਨੂੰ ਤਾਂ ਬੜੀ ਸੋਹਣੀ ਲੱਗੇਗੀ, ਜੀ ਪਰ ਸੱਚ ਤਾਂ ਇਹ ਆ ਕਿ ਮੈਂ ਆਪਣੇ ਕਮਰੇ 'ਚ ਆਈਸੋਲੇਟਰ ਤੇ ਬੈਠਾ, ਤੁਸੀਂ ਉੱਥੇ ਜਲੰਧਰ ਆਪਣੇ ਆਈਸੋਲੇਟ ਬੈਠੇ ਹੋ, ਜੀ ਤੇ ਮੈਂ ਤੁਹਾਨੂੰ ਪੱਟੀ ਵਿਖਾਈ ਜਾ, ਤੁਸੀਂ ਮੈਨੂੰ ਵਿਖਾਈ ਜਾਓ। ਹੂੰ ਇਹ ਸਾਰਾ ਜਿਹੜਾ ਨਾਟਕਬਾਜ਼ੀ ਹੈ ਇਹ ਬੰਦ ਹੋਣੀ ਚਾਹੀਦੀ ਹੈ। ਬੰਦੇ ਨੂੰ ਸੁਰੱਖਿਆ ਆਪਣੀ ਆਪ ਕਰਨੀ ਹੈ। ਕਿਵੇਂ ਕਰਨੀ ਹੈ? ਉਹਨੂੰ ਜੋ ਨਿਰਦੇਸ਼ ਦਿੱਤੇ ਗਏ ਉਹਨਾਂ ਦੀ ਪਾਲਣਾ ਉਹ ਕਰੇ, ਜੀ ਪਰ ਪਾਲਣਾ ਦਾ ਨਾਟਕ ਨਾ ਕਰੇ। ਜੀ ਬਾਕੀ ਬੰਗਾਲ ਦੀਆਂ ਚੋਣਾਂ ਦੇ ਬਾਰੇ ਸਰਵੇਖਣ ਜਿਹੜੇ ਆਏ ਨੇ, ਜਿਹਦਾ ਕੱਲ ਨੂੰ ਤਾਂ ਨਤੀਜਾ ਨਿਕਲ ਆਉਣਾ, ਉਹਦੇ ਮੁਤਾਬਕ ਜਿਹੜਾ ਸਰਵੇਖਣ ਬੰਗਾਲ ਦਾ ਉਹਨਾਂ ਨੇ ਦਿੱਤਾ, ਖਾਸ ਕਰਕੇ ਏਜੰਸੀ ਜਿਹੜੀਆਂ ਨੇ, ਸਭ ਤੋਂ ਪਹਿਲਾਂ ਤਾਂ ਟਾਈਮਜ਼ ਨਾਓ ਵਾਲੀ ਇੱਕ ਏਜੰਸੀ ਹੈ ਜਿਨ੍ਹਾਂ ਨੇ ਤ੍ਰਿਣਮੂਲ ਕਾਂਗਰਸ ਨੂੰ 158 ਸੀਟਸ ਦਿੱਤੀਆਂ ਨੇ ਜੀ ਤੇ ਭਾਰਤੀ ਜਨਤਾ ਪਾਰਟੀ ਨੂੰ 115 ਦਿੱਤੀਆਂ ਨੇ। ਜੀ ਤੇ ਜਿਹੜੀ CPI ਉੱਥੇ ਲਗਾਤਾਰ ਮੇਰੇ ਖਿਆਲ 30-35 ਸਾਲ ਤੱਕ ਕੱਲੇ ਜੋਤੀ ਬਾਸੂ ਉੱਥੇ ਮੁੱਖ ਮੰਤਰੀ ਰਹੇ, ਤੇ ਨਾਲ ਹੁਣ ਕਾਂਗਰਸ ਵੀ ਰਲੀ ਹੋਈ, ਜਿਹਦਾ ਮੁੱਖ ਮੰਤਰੀ ਕਿਸੇ ਵੇਲੇ ਆਪਣਾ ਸਤਾਤ ਸ਼ੰਕਰ ਇਹ ਵੀ ਰਿਹਾ ਜੀ, ਉਹ ਕੰਬਾਈਨ ਨੂੰ ਸਿਰਫ 19 ਸੀਟਾਂ ਦਿੱਤੀਆਂ ਨੇ ਜੀ। ਇੱਕ ਹੋਰ ਰਿਪਬਲਿਕ CNX ਚੈਨਲ ਹੈ, ਉਹਨਾਂ ਸਰਵੇਖਣ ਕਰਾਇਆ, ਉਹ ਕਹਿੰਦੇ ਵੀ ਨਹੀਂ, ਇਹ 128 ਤੋਂ 138 ਦੇ ਵਿਚਕਾਰ ਸੀਟਾਂ ਆਉਣਗੀਆਂ TMC ਦੀਆਂ, ਤ੍ਰਿਣਮੂਲ ਕਾਂਗਰਸ ਦੀਆਂ, ਜਿਹਦੀ ਮਮਤਾ ਬੈਨਰਜੀ ਜੀ ਦੀ ਲੰਬੜਦਾਰਨੀ ਹੈ। ਜੀ ਤੇ BJP ਨੂੰ ਦਿੰਦੇ ਨੇ 143 ਤੇ ਕਾਂਗਰਸ ਦਿੰਦੇ ਨੇ 16 ਜੀ। ਇੱਕ ETG ਰਿਸਰਚ ਗਰੁੱਪ ਹੈ ਕੋਈ, ਉਹ 169 ਦਿੰਦੇ ਨੇ TMC ਨੂੰ, ਤੇ 110 ਦਿੰਦੇ ਨੇ ਭਾਰਤੀ ਜਨਤਾ ਪਾਰਟੀ ਨੂੰ, ਤੇ 12 ਦਿੰਦੇ ਨੇ ਉਹ ਲੈਫਟਿਸਟ ਨੂੰ ਤੇ ਕਾਂਗਰਸ ਕੰਬਾਈਨ ਨੂੰ।
ਜੀ ਇੱਕ ਹੋਰ ਗਰੁੱਪ ਹੈ ABP C ਵੋਟਰ, ਜੀ ਇਹ TMC ਨੂੰ ਦਿੰਦੇ ਨੇ 152 ਤੋਂ ਲੈ ਕੇ 164 ਤੇ BJP ਨੂੰ ਦਿੰਦੇ ਨੇ 109 ਤੋਂ 121 ਤੇ CPM CPI ਪਲੱਸ ਕਾਂਗਰਸ ਕੰਬਾਈਨ ਨੂੰ ਦਿੰਦੇ ਨੇ ਉਹ 14 ਤੋਂ 25 ਤੱਕ। ਜੀ ਇਹ ਸਾਰਾ ਕੁਝ ਕਰ ਕਤਰ ਕੇ ਮੈਂ ਤੇ ਅੰਦਾਜ਼ੇ ਇਸ ਤੇ ਪੜਿਆ ਝਟਕਾ ਜਿਹਾ ਹਿਸਾਬ ਵੀ ਕਾਂਗਰਸ ਬਹੁਤ ਪਿੱਛੇ, CPM ਬਹੁਤ ਪਿੱਛੇ, ਭਾਰਤੀ ਜਨਤਾ ਪਾਰਟੀ ਲੁੜਕ ਰਹੀ ਹੈ ਤੇ ਮਮਤਾ ਜ਼ਖਮੀ ਸ਼ੇਰਨੀ ਬੰਗਾਲ ਦੀ ਉਹ ਹੁਕੂਮਤ ਬਣਾਉਣ ਦੇ ਵਾਸਤੇ ਲਗਭਗ ਮੁੜ ਤਿਆਰ ਇਸ ਸਰਵੇਖਣ ਮੁਤਾਬਕ ਹੋ ਗਈ ਹੈ, ਜੋ ਕਿਸੇ ਨੇ ਵੀ ਉਸ ਨੂੰ ਨੰਬਰ 2 ਤੇ ਨਹੀਂ ਰੱਖਿਆ। ਸੋ ਇਸ ਕਰਕੇ ਸਾਡਾ ਇਹ ਜਿਹੜਾ ਸਰਵੇਖਣ ਹੈ ਉਹਦੇ ਮੁਤਾਬਕ ਮੈਨੂੰ ਇਹ ਲੱਗਦਾ ਕਿ ਇਹ ਜਿਹੜਾ ਫਰਕ ਹੈ ਆਪਸ ਦੇ ਵਿੱਚ ਉਹ ਮਿਨੀਮਮ 30 ਸੀਟਾਂ ਦਾ ਰਹੇਗਾ ਤ੍ਰਿਣਮੂਲ ਕਾਂਗਰਸ ਦਾ ਔਰ ਭਾਰਤੀ ਜਨਤਾ ਪਾਰਟੀ ਦਾ। ਪਰ ਇਹ ਜਿਹੜਾ ਗੇਨ ਹੈ BJP ਦਾ ਇਹ ਕੋਈ ਛੋਟਾ ਗੇਨ ਨਹੀਂ ਹੈ। ਜਿਹੜੇ ਬੰਗਾਲ ਦੇ ਵਿੱਚ BJP ਨੂੰ ਚਿਮਟੇ ਨੇ ਚੁੱਕਣ ਨੂੰ ਤਿਆਰ ਕੋਈ ਨਹੀਂ ਸੀ, ਜੇ TMC ਚ ਟੁੱਟ ਕੇ, ਕਾਂਗਰਸ ਚ ਟੁੱਟ ਕੇ, CPM ਚ ਟੁੱਟ ਕੇ ਬੰਦੇ ਭਾਰਤੀ ਜਨਤਾ ਪਾਰਟੀ ਚ ਗਏ ਨੇ ਤੇ ਉਹ ਆਪਣਾ ਇੱਕ ਆਧਾਰ ਪੜੋਲ ਬਣਾ ਲਿਆ ਉੱਥੇ ਉਹਨਾਂ ਨੇ। ਜੇਕਰ ਮਮਤਾ ਬੈਨਰਜੀ ਨੇ ਲੈਫਟ ਲਈ ਮੁਹੱਬਤੀ ਵਤੀਰਾ ਥੋੜਾ ਬਹੁਤਾ ਵੀ ਧਾਰ ਕਰ ਲਿਆ ਤਾਂ ਮੇਰਾ ਖਿਆਲ ਹੈ ਕਿ ਅਗਲੀ ਹੁਕੂਮਤ ਫਿਰ ਮਮਤਾ ਬੈਨਰਜੀ ਬਣਾ ਸਕੇਗੀ। ਇਹ ਗੱਲ 5 ਸਾਲ ਬਾਅਦ ਜਿਹੜੀ ਸਮੇਂ ਤੋਂ ਪਹਿਲਾਂ ਆਖੀ ਗੱਲ ਹੈ। ਪਰ ਜਿਹੜਾ ਟਕਰਾਓ ਆ TMC ਦਾ ਤੇ ਆਪਸ ਦੇ ਵਿੱਚ CPM ਦਾ ਤੇ ਕਾਂਗਰਸ ਦਾ, ਉਹ ਟਕਰਾਓ ਦੇ ਵਿੱਚੋਂ ਹੀ ਭਾਰਤੀ ਜਨਤਾ ਪਾਰਟੀ ਨੂੰ ਇੱਕ ਸਪੇਸ ਮਿਲੀ ਹੈ ਜਿਹਦੇ ਵਿੱਚ ਉਹਨਾਂ ਨੇ ਇੱਕ ਮਾੜੀ ਜਿਹੀ ਬਰੀਕ ਜਿਹੀ ਗਲੀ ਚੋਂ ਲੰਘ ਕੇ ਆਪਣਾ ਟੱਬਰ ਟੀਰ ਵਸਾ ਲਿਆ ਉੱਥੇ ਜਾ ਕੇ, ਜਿਹੜਾ ਅਲਟੀਮੇਟਲੀ ਰਾਜ ਕਰਨ ਦੇ ਸੁਪਨੇ ਉੱਥੇ ਲੈ ਸਕਦਾ। ਪਰ ਹਾਲ ਦੀ ਘੜੀ ਲੱਗਦਾ ਕਿ ਊਠ ਦਾ ਬੁੱਲ ਅਜੇ ਡਿੱਗਦਾ ਨਹੀਂ। ਜੀ ਤੇ ਗੁਰਭਜਨ ਜੀ, ਹੁਣ ਗੱਲ ਕਰਦੇ ਹਾਂ ਮਿਸ਼ਨ 2022 ਦੀ। ਤੇ ਮਿਸ਼ਨ 2022 ਜ਼ਿਆਦਾ ਦੂਰ ਨਹੀਂ ਹੈ, ਪਰ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਕਿਸੇ ਲਈ ਆਪਣਾ ਦਰਵਾਜ਼ਾ ਬੰਦ ਕਰ ਦਿੱਤਾ ਹੈ। ਉਹ ਸ਼ਖਸੀਅਤ ਲਈ ਦਰਵਾਜ਼ਾ ਬੰਦ ਕਿਉਂ ਕੀਤਾ? ਅਸਲ ਦੇ ਵਿੱਚ ਜਿਹੜਾ ਸਾਡਾ ਬਰਗਾੜੀ ਇਸ਼ੂ ਹੈ ਨਾ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਮਸਲਾ ਜੀ, ਉਹ ਖਹਿੜਾ ਨਹੀਂ ਛੱਡ ਰਿਹਾ ਸਾਡੀ ਮਾਨਸਿਕਤਾ ਦਾ। ਜੀ, ਜਿਨ੍ਹਾਂ ਲੋਕਾਂ ਗਵਰਨੈਂਸ ਦੇ ਕੇ ਇਨਸਾਫ ਦੇਣਾ ਸੀ, ਉਹ ਪਹਿਲਾਂ ਤਾਂ ਸ਼ੱਕ ਦੇ ਘੇਰੇ 'ਚ ਉਹ ਆਏ ਜਿਨ੍ਹਾਂ ਦੇ ਵਕਤ 'ਚ, ਜਿਨ੍ਹਾਂ ਦੇ ਸਮੇਂ ਦੇ ਵਿੱਚ ਉਹ ਘਟਨਾ ਵਾਪਰੀ। ਜੀ, ਉਸ ਤੋਂ ਬਾਅਦ ਵਿੱਚ ਜਿਨ੍ਹਾਂ ਨੇ ਉਸ ਤੇ ਏਜੰਡੇ ਤੇ ਚੋਣ ਲੜੀ ਕਿ ਅਸੀਂ ਇਨਸਾਫ ਦਿਵਾਵਾਂਗੇ, 4 ਸਾਲ ਹੁਣ ਉਹਨਾਂ ਦੇ ਬੀਤ ਗਏ। ਪਹਿਲਾਂ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਜਿਹੜਾ ਅਕਾਲੀ ਸਰਕਾਰ ਨੇ ਬਣਾਇਆ ਸੀ, ਫਿਰ ਜਸਟਿਸ ਰਣਜੀਤ ਸਿੰਘ ਰੰਧਾਵਾ ਕਮਿਸ਼ਨ ਜਿਹੜਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਬਣਾਇਆ ਸੀ, ਫਿਰ ਪਹਿਲੀ ਸਿੱਟ, ਫਿਰ ਦੂਜੀ। ਸੋ ਸਟੈਂਡ ਜਦੋਂ ਨਹੀਂ ਹੁੰਦਾ, ਸਾਰਾ ਕੁਝ ਸਿੱਟ ਹੀ ਸਿੱਟ ਹੁੰਦਾ, ਤਾਂ ਮੈਨੂੰ ਲੱਗਦਾ ਕਿ ਲੋਕ ਬਦਜ਼ਨ ਹੋ ਜਾਂਦੇ ਨੇ। ਉਦੋਂ ਇੱਕ ਦੂਸਰੇ ਨੂੰ ਸਿਆਸਤਦਾਨਾਂ ਦੀਆਂ ਦਿੱਤੀਆਂ ਧਮਕੀਆਂ ਜਿਹੜੀਆਂ ਨੇ ਉਹ ਨਿਰਅਰਥ ਹੋ ਜਾਂਦੀਆਂ ਨੇ। ਕੈਪਟਨ ਸਾਹਿਬ ਦਾ ਨਵਜੋਤ ਦੀ ਅਟਰੈਂਸ ਤੇ, ਉਹਦੇ ਬੋਲ ਬੁਲਾਰ ਤੇ, ਉਹਦਾ ਬਰਗਾੜੀ ਜਾ ਕੇ ਬੋਲਣ ਤੇ, ਪਟਿਆਲੇ ਪ੍ਰੈਸ ਕਾਨਫਰੰਸ ਕਰਨ ਤੇ, ਇਸ਼ਾਰਤਨ ਚੁੰਡੀਆਂ ਵੱਢਣ ਤੇ ਉਹਨਾਂ ਨੇ ਜਵਾਬ ਇਹ ਦਿੱਤਾ ਕਿ ਇਹ ਹੁਣ ਸਾਡੀ ਪਾਰਟੀ 'ਚ ਰਹਿਣ ਦੇ ਲਈ ਆਪਣਾ ਮਨ ਛੱਡ ਚੁੱਕਿਆ, ਇਹ ਹੁਣ ਸਾਡੇ 'ਚ ਬਹੁਤੇ 'ਚ ਰਹਿਣ ਨਹੀਂ ਲੱਗਿਆ। ਇਹ ਤਾਂ ਗੱਲਾਂ ਹੀ ਇਹ ਕਰਦਾ ਕਿ ਮੈਂ ਪਟਿਆਲੇ ਤੋਂ ਚੋਣ ਲੜਨੀ ਤੇ ਪਟਿਆਲੇ ਤੋਂ ਮੈਂ ਕੈਂਡੀਡੇਟ ਹਾਂ। ਜੇ ਮੈਂ ਕੈਂਡੀਡੇਟ ਹਾਂ ਤੇ ਫਿਰ ਆਵੇ, ਮੈਂ ਇਹਦਾ ਹਾਲ ਜਨਰਲ JJ ਸਿੰਘ ਵਾਲਾ ਕਰਾਂਗਾ। ਨਹੀਂ, ਪਰ JJ ਸਿੰਘ ਨੇ ਜਵਾਬ ਦੇ ਦਿੱਤਾ ਵੀ ਹਾਲ ਫਰਜ਼ ਕੀਤਾ ਜੇ JJ ਸਿੰਘ ਵਾਲਾ ਹੋ ਵੀ ਜਾਂਦਾ, ਨਵਜੋਤ ਹਾਰ ਵੀ ਜਾਂਦਾ, ਕਪਤਾਨ ਸਾਹਿਬ ਜਿੱਤ ਵੀ ਜਾਂਦੇ ਨੇ, ਫਿਰ ਸਰਕਾਰ ਬਣਾ ਲੈਂਦੇ ਨੇ, ਕੀ ਜਿਹੜੇ ਬਰਗਾੜੀ ਦੇ ਇਸ਼ੂਜ਼ ਨੇ ਉਹ ਸੈਟਲ ਹੁੰਦੇ ਨੇ? ਕੀ ਉਹ ਪੱਤਰਿਆਂ ਦੀ ਬੇਅਦਬੀ ਕਰਨ ਵਾਲੇ ਲੋਕ ਜਿਹੜੇ ਨੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਲੋਕ ਨੇ ਜਿਹੜੇ, ਕੀ ਉਹਨਾਂ ਨੂੰ ਸਜ਼ਾਵਾਂ ਹੁੰਦੀਆਂ ਨੇ? ਜਿਨ੍ਹਾਂ ਨੇ ਗੋਲੀਆਂ ਨਾਲ ਸਾਡੇ ਪੁੱਤਰ ਵਿੰਨੇ, ਉਹਨਾਂ ਨੂੰ ਸਜ਼ਾਵਾਂ ਹੁੰਦੀਆਂ ਨੇ? ਜੇ ਨਹੀਂ ਹੁੰਦੀਆਂ ਤੇ ਕੁਦਰਤੀ ਗੱਲ ਹੈ ਕਿ ਸਾਡੇ ਸਾਹਮਣੇ ਇੱਕ ਹਨੇਰੀ ਗਲੀ ਹੈ। ਪ੍ਰਗਟ ਸਿੰਘ ਨੇ ਵੀ ਕੱਲ ਇਹੀ ਗੱਲਾਂ ਕਹੀਆਂ ਨੇ ਪਰਸੋਂ, ਵਿਧਾਇਕ ਜਿਹੜਾ ਜਲੰਧਰ ਛਾਉਣੀ ਤੋਂ, ਉਹ ਕਹਿੰਦਾ ਕਿ ਗਵਰਨੈਂਸ ਜਿਹੜੀ ਹੈਗੀ ਹੈ ਉਹਦੀ ਜਵਾਬਦੇਹੀ ਮਸਟ ਹੈ, ਚਾਹੇ ਅਕਾਲੀ ਦਲ ਦੀ ਸਰਕਾਰ ਹੋਵੇ, ਚਾਹੇ ਕਮਿਊਨਿਸਟਾਂ ਦੀ ਹੋਵੇ, ਚਾਹੇ ਆਮ ਆਦਮੀ ਪਾਰਟੀ, ਚਾਹੇ ਕਾਂਗਰਸ ਦੀ ਹੋਵੇ। ਜਿਹੜੀ ਸਰਦਾਰ ਦੀ ਕਲਗੀ ਅਮਰਿੰਦਰ ਸਿੰਘ ਹੋਰਾਂ ਦੀ 2017 ਦੇ ਵਿੱਚ ਐ ਨੰਬਰੀ ਝੂਲਦੀ ਸੀ, ਉਹ ਕਲਗੀ ਹੁਣ ਅੱਗੇ ਨਾਲੋਂ ਢਿੱਲੀ ਪਈ ਹੋਈ ਹੈ। ਇਹ ਗੱਲ
ਕਾਂਗਰਸ ਰਹਿ ਕੇ ਪ੍ਰਗਟ ਸਿੰਘ ਦਾ ਕਹਿਣਾ ਬੜੇ ਵੱਡੇ ਇਸ਼ਾਰੇ ਕਰਦਾ। ਇਹ ਵੀ ਗੱਲ ਕਿ ਵਿਦਨ ਕੈਬਨਿਟ ਮੀਟਿੰਗ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਰਿਜ਼ਾਈਨ ਆਫਰ ਕੀਤਾ। ਇਹ ਗੱਲ ਵੱਖਰੀ ਹੈ ਕਿ ਮੁੱਖ ਮੰਤਰੀ ਜੀ ਨੇ ਪਾੜ ਕੇ ਉਹ ਰੱਦੀ ਟੋਕਰੀ ਸੁੱਟ ਦਿੱਤਾ, ਪਰ ਸੱਚ ਤੇ ਹੈ ਨਾ ਕਿ ਜਿਹੜੀ ਰਿਜ਼ੈਂਟਮੈਂਟ ਹੈ ਬੋਲਦੀ ਹੈ। ਸੇਮ ਇਜ਼ ਦਾ ਕੇਸ ਵਿਦ ਸੁਨੀਲ ਜਾਖੜ, ਜਿਹੜੇ ਸਟੇਟ ਪ੍ਰੈਜ਼ੀਡੈਂਟ ਨੇ ਕਾਂਗਰਸ ਦੇ, ਉਹਨਾਂ ਨੇ ਰਿਜ਼ਾਈਨ ਕੀਤਾ। ਇਹ ਹੈ ਤਾਂ ਸਾਰੇ ਕਾਸਮੈਟਿਕ ਕਿਸਮ ਦੀਆਂ ਸਾਰੀਆਂ ਗੱਲਾਂ ਨੇ, ਪਰ ਸੱਚ ਤੇ ਕਿ ਅੰਦਰ ਧੁਖਦੀ ਹੈ। ਉਹਨਾਂ ਨੂੰ ਉਹ ਸਾਰੇ ਖਲਨਾਇਕ ਚੁੱਭਦੇ ਨੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਦੀ ਉਂਗਲੀ ਜਾਂਦੀ ਹੈ, ਪਰ ਉਹ ਅਸਰਟਨ ਨਹੀਂ ਹੋ ਰਹੇ। ਕੋਰਟ ਦਾ ਜਿਹੜਾ ਜੱਜਮੈਂਟ ਆਇਆ ਉਹਦੇ ਬਾਰੇ ਟਿੱਪਣੀ ਕਰਨ ਦਾ ਅਧਿਕਾਰ ਨਾ ਮੇਰੇ ਕੋਲ ਆ, ਨਾ ਇਹਨਾਂ ਸਿਆਸਤਦਾਨਾਂ ਕੋਲ ਆ। ਪਰ ਸੱਚ ਤਾਂ ਇਹ ਆ ਨਾ ਕਿ ਜਿਵੇਂ ਸੇਫ ਕੀਤਾ ਗਿਆ ਖਾਸ ਕਰਕੇ ਕਿਸੇ ਖਾਸ ਧਿਰ ਨੂੰ, ਉਹ ਵੀ ਸ਼ੱਕ ਦੀ ਸੂਈ ਉਧਰ ਨੂੰ ਜਾਂਦੀ ਹੈ। ਸੋ ਕੁੱਲ ਮਿਲਾ ਕੇ ਇੰਝ ਲੱਗਦਾ ਕਿ 2022 ਦੀ ਜਿਹੜੀ ਚੋਣ ਹੈ ਉਹਦੇ ਵਿੱਚ ਕੁਝ ਨਵੀਆਂ ਧਿਰਾਂ ਦੇ ਉਸਰਨ ਦੀ ਜਿਹੜੀ ਪੋਸੀਬਿਲਿਟੀ ਬਣੀ ਹੋਈ ਹੈ। ਜੇ ਤਾਂ ਸਿਰ ਜੋੜ ਲੈਣਗੀਆਂ ਫਿਰ ਤਾਂ ਰਵਾਇਤੀ ਹਕੂਮਤ ਕਰਨ ਵਾਲੀਆਂ ਧਿਰਾਂ ਨੂੰ, ਭਾਵੇਂ ਸ਼੍ਰੋਮਣੀ ਅਕਾਲੀ ਦਲ ਤੇ ਭਾਵੇਂ ਕਾਂਗਰਸ ਆ, ਬੜਾ ਵੱਡਾ ਥ੍ਰੈਟ ਹੈ। ਉਹਦੇ ਵਿੱਚ ਕਿਸਾਨ ਮੋਰਚੇ ਚੋਂ ਉੱਭਰਦੀ ਲੀਡਰਸ਼ਿਪ ਵੀ ਹੋ ਸਕਦੀ ਹੈ, ਉਹਦੇ ਵਿੱਚੋਂ ਦੀਪ ਸਿੱਧੂ ਤੇ ਉਹਦੇ ਸਾਥੀ ਸਹਿਯੋਗੀ ਵੀ ਹੋ ਸਕਦੇ ਨੇ, ਜਿਹਦੇ ਵਿੱਚ ਬਹੁਤ ਸਾਰੇ ਲੋਕ ਉਹ ਵੀ ਨੇ ਜਿਹੜੇ ਕਿਸੇ ਵੇਲੇ ਰਾਜ ਕਰਨ ਦਾ ਸੁਪਨਾ ਪਾਲਦੇ ਸੀ, ਪਰ ਹੌਲੀ ਹੌਲੀ ਸਟੇਟ ਰਿਪਰੈਸ਼ਨ ਕਰਕੇ ਉਹ ਦੱਬੇ ਕੁਚਲੇ ਗਏ। ਹੁਣ ਫਿਰ ਸਿਰ ਚੁੱਕ ਕੇ ਆਪਣੀ ਗੱਲ ਨੂੰ ਕਹਿਣ ਦੇ ਆਹਰ 'ਚ ਨੇ। ਪਰ ਕੁੱਲ ਮਿਲਾ ਕੇ ਇਹ ਕਹਾਣੀ ਹੈ ਕਿ ਹਾਲ ਦੀ ਘੜੀ ਅਰਬਨ ਨਰਬਤ ਧੁੰਦੂਕਾਰ ਹੈ, ਕੁਛ ਨਹੀਂ ਦਿਸਦਾ ਕਿ ਕੀ ਬਣੇਗਾ। ਮੈਨੂੰ ਲੱਗਦਾ ਹੈ ਕਿ ਜੇ ਅੰਡਰ ਥ੍ਰੈਟ ਹੈ ਤੇ ਇਕੱਲਾ ਪੰਜਾਬ ਆ, ਪੰਜਾਬੀ ਨੇ, ਪੰਜਾਬੀ ਸੁਭਾਅ ਆ, ਪੰਜਾਬੀ ਮਾਨਸ ਆ। ਪੰਜਾਬੀ ਮਾਨਸ ਜੇ ਖਤਰੇ 'ਚ ਹੈ ਤੇ ਗਵਰਨੈਂਸ ਦੇਣ ਵਾਲਿਆਂ ਨੂੰ ਵੀ ਪੰਜਾਬ ਬਾਰੇ ਸੋਚਣਾ ਚਾਹੀਦਾ ਕਿ ਅਸੀਂ ਰਾਜ ਕਿਹਨਾਂ ਤੇ ਕਰਨਾ ਹੈ, ਮੜੀਆਂ ਤੇ ਕਰਨਾ ਕਿ ਧਰਤੀ ਤੇ ਕਰਨਾ ਹੈ, ਜਿੱਥੇ ਲੋਕਾਂ ਨੂੰ ਸੁੱਖ ਸਹੂਲਤਾਂ ਹੋਣ, ਸਿੱਖਿਆ ਤੰਤਰ ਮਜ਼ਬੂਤ ਹੋਵੇ, ਜਿੱਥੇ ਸਿਹਤ ਸਹੂਲਤਾਂ ਹੋਣ, ਜਿੱਥੇ ਭਾਈਚਾਰਕ ਸ਼ਕਤੀ ਹੋਵੇ, ਜਿੱਥੇ ਵਿਕਾਸ ਦੀ ਗਤੀਸ਼ੀਲ ਅਗਵਾਈ ਮਿਲਦੀ ਹੋਵੇ। ਉਹ ਸਾਰੀ ਕੁਛ ਚੀਜ਼ ਇਸ ਵਕਤ ਜਿਹੜਾ ਹੈਗਾ ਉਹ ਖਿਲਰਿਆ ਪੁਲਰਿਆ ਤੁਰਿਆ ਫਿਰਦਾ। ਉਸ ਖਿਲਰੇ ਪੁਲਰੇ ਨਿਜ਼ਾਮ ਦੇ ਵਿੱਚੋਂ ਸਾਨੂੰ ਬਹੁਤੀ ਕੋਈ ਆਸ ਦੀ ਤੰਦ ਲੱਭਦੀ ਨਹੀਂ। ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਇਸ ਵੇਲੇ ਤੁਸੀਂ ਵਕਤਨਾਮਾ ਵਿਦ ਗੁਰਭਜਨ ਸਿੰਘ ਗਿੱਲ ਪ੍ਰੋਗਰਾਮ ਪੰਜਾਬੀ ਨੈਸ਼ਨਲ ਟੀਵੀ ਤੇ ਦੇਖ ਰਹੇ ਹੋ। ਸੋ ਗੁਰਭਜਨ ਜੀ, ਗੱਲ ਕਰਦੇ ਹਾਂ ਬਰਸੀਆਂ ਤੇ ਸ਼ਰਧਾਂਜਲੀਆਂ ਦੀ, ਤੇ ਅੱਜ ਕਿਹੜੀਆਂ ਸ਼ਖਸੀਅਤਾਂ ਇਸ ਲਿਸਟ ਵਿੱਚ ਸ਼ਾਮਲ ਨੇ? ਸਭ ਤੋਂ ਪਹਿਲਾਂ ਤਾਂ ਸਾਡੇ ਸਤਿਕਾਰਯੋਗ ਸਰਦਾਰ ਜਗਦੇਵ ਸਿੰਘ ਜੱਸੋਵਾਲ ਹੋਰਾਂ ਦਾ ਕੱਲ ਜਨਮ ਦਿਨ ਸੀ, ਔਰ ਵੱਖ-ਵੱਖ ਥਾਵਾਂ ਤੇ ਲੁਧਿਆਣਾ 'ਚ, ਜਲੰਧਰ 'ਚ, ਅੰਮ੍ਰਿਤਸਰ 'ਚ ਜਿਹੜੇ ਉਹਨਾਂ ਦੇ ਸੱਜਣ ਪਿਆਰੇ ਨੇ ਉਹਨਾਂ ਨੇ ਯਾਦ ਉਹਨਾਂ ਨੂੰ ਕੀਤਾ। ਔਰ ਅਸੀਂ ਵੀ ਰਾਤ ਇੱਕ ਵੈਬੀਨਾਰ ਰਾਹੀਂ ਉਹਨਾਂ ਨੂੰ ਚੇਤੇ ਕੀਤਾ, ਔਰ ਉਸ ਦਾ ਉਦਘਾਟਨ ਭਾਰਤ ਦੇ ਸਾਬਕਾ ਜਿਹੜੇ ਚੋਣ ਕਮਿਸ਼ਨਰ ਰਹੇ ਨੇ, ਕੇਂਦਰੀ ਮੰਤਰੀ ਰਹੇ ਨੇ ਸਰਦਾਰ ਮਨੋਹਰ ਸਿੰਘ ਗਿੱਲ, ਉਹਨਾਂ ਨੇ ਉਦਘਾਟਨੀ ਭਾਸ਼ਣ ਕੀਤਾ। ਔਰ ਪੰਜਾਬ ਵਿਧਾਨ ਸਭਾ ਦੇ ਜਿਹੜੇ ਡਿਪਟੀ ਸਪੀਕਰ ਔਰ ਬਹੁਤ ਅੱਛੇ ਬੁਲਾਰੇ ਨੇ, ਔਰ ਸਰਦਾਰ ਜਗਦੇਵ ਸਿੰਘ ਜੱਸੋਵਾਲ ਦੇ ਮਿੱਤਰ ਸੀ ਸਰਦਾਰ ਬੀਰ ਦਵਿੰਦਰ ਸਿੰਘ, ਉਹਨਾਂ ਨੇ ਮੁੱਖ ਭਾਸ਼ਣ ਦਿੱਤਾ। ਔਰ ਪ੍ਰਧਾਨਗੀ ਗੁਰੂ ਨਾਨਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ SP ਸਿੰਘ ਹੋਰਾਂ ਨੇ ਕੀਤੀ। ਉਹਨਾਂ ਦੇ ਬਹੁਤ ਲਾਏ ਬੂਟਿਆਂ ਦੇ ਵਿੱਚੋਂ ਘਣਸ਼ਾਵੇਂ ਬਿਰਖ ਨੇ ਇਸ ਵਕਤ ਬਣੇ ਹੋਏ, ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ, ਡਾਕਟਰ ਸੁਖਨੈਨ, ਨਰਿੰਦਰ ਘੁਗਿਆਣਵੀ, ਇਸੇ ਤਰ੍ਹਾਂ ਹੀ ਡਾਕਟਰ ਜਗਤਾਰ ਸਿੰਘ ਸੰਘੇੜਾ ਤੇ ਨਿਰਮਲ ਜੌੜਾ। ਇਹਨਾਂ ਸਾਰਿਆਂ ਨੇ ਉਹਨਾਂ ਬਾਰੇ ਗੱਲਾਂ ਕੀਤੀਆਂ, ਕੁਝ ਗੱਲਾਂ ਮੈਂ ਵੀ ਕੀਤੀਆਂ। ਸੋ ਇਹ ਉਹਨਾਂ ਨੂੰ ਚੇਤੇ ਕੀਤਾ। ਅੱਜ 1 ਮਈ ਨੂੰ ਜਿੱਥੇ ਸ਼ਿਕਾਗੋ ਦੇ ਸ਼ਹੀਦਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ, ਜਿਨ੍ਹਾਂ ਨੇ ਸਾਡੇ ਵਾਸਤੇ 18 ਘੰਟਿਆਂ ਤੋਂ 8 ਘੰਟੇ ਦੀ ਦਿਹਾੜੀ ਕਰਵਾਈ ਸੀ, ਔਰ ਹੁਣ ਫਿਰ ਦੁਬਾਰਾ ਜਦੋਂ ਉਹੀ ਦਿਹਾੜੀ ਕਾਨੂੰਨ ਬਦਲ ਕੇ ਮੇਰੇ ਮੁਲਕ ਵਾਲਿਆਂ ਨੇ 12 ਘੰਟੇ ਕਰਨ ਦੀ ਹਮਾਕਤ ਕੀਤੀ ਹੈ, ਤਾਂ ਅੱਜ ਮਈ ਦਿਵਸ ਦੀ ਮਹੱਤਤਾ ਸਾਡੇ ਲਈ ਹੋਰ ਵੱਧ ਜਾਂਦੀ ਹੈ। ਦੂਸਰਾ, ਅੱਜ ਨਾਵਲਕਾਰ ਪੰਜਾਬੀ ਜ਼ਬਾਨ ਦੇ ਬਹੁਤ ਵੱਡੇ ਪ੍ਰੋਫੈਸਰ ਮਨਜਿੰਦਰ ਤਸਨੀਮ, ਉਹਨਾਂ ਦਾ ਜਨਮ ਦਿਨ ਹੈ ਅੱਜ। ਮੈਂ ਹੱਸਦਾ ਹੁੰਦਾ ਕਿ ਮੈਂ ਕਿਹਾ ਵੀ ਮੈਨੂੰ ਤਾਂ ਇਹ ਦੋ ਬਜ਼ੁਰਗਾਂ ਕਰਕੇ ਚੇਤੇ ਰਹਿ ਜਾਂਦਾ ਆਪਣਾ ਜਨਮ ਦਿਨ, ਕਿਉਂਕਿ ਮੇਰਾ 2 ਮਈ ਨੂੰ ਹੁੰਦਾ, 1 ਮਈ ਨੂੰ ਤਸਨੀਮ ਸਾਹਿਬ ਦਾ ਹੁੰਦਾ, 30 ਦਸੰਬਰ ਨੂੰ 30 ਅਪ੍ਰੈਲ ਨੂੰ ਸਰਦਾਰ ਜਗਦੇਵ ਸਿੰਘ ਜੱਸੋਵਾਲ ਦਾ ਹੁੰਦਾ। ਇਸ ਕਰਕੇ ਉਸ ਲੜੀ ਦੇ ਵਿੱਚ ਮੈਨੂੰ ਯਾਦ ਆ ਜਾਂਦਾ ਕਿ ਮੇਰਾ ਵੀ ਜਨਮ ਦਿਨ ਹੈ ਅੱਜ। ਚਲੋ ਅਸੀਂ ਵੀ ਤੁਹਾਨੂੰ ਤੁਹਾਡੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ। ਤੁਸੀਂ ਇਦਾਂ ਹੀ ਤੰਦਰੁਸਤ ਰਹੋ, ਚੜ੍ਹਦੀ ਕਲਾ 'ਚ ਰਹੋ। ਇਸ ਕਰਕੇ ਮੈਂ ਮਤਲਬ ਇਹਨਾਂ ਦਿਨਾਂ 'ਚ ਆਪਣੇ ਆਪ ਨੂੰ ਬੜਾ ਖਿੜਿਆ ਮਹਿਸੂਸ ਕਰਦਾ, ਪਰ ਨਾਲ ਕਈ ਵਾਰ ਜਦੋਂ ਵਿਛੜੇ ਚੇਤੇ ਆਉਂਦੇ ਨੇ ਜਾਂ ਜਿਹੜੇ ਵਿਛੜ ਰਹੇ ਨੇ ਚੇਤੇ ਆਉਂਦੇ ਨੇ ਤਾਂ ਉਦੋਂ ਮਨ ਉਦਾਸ ਵੀ ਹੁੰਦਾ। ਜਿਵੇਂ CPI ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਬੜੇ ਵੱਡੇ ਇੱਕ ਸਾਡੇ ਵਿਦਵਾਨ ਹੋਏ ਨੇ, ਬੜੇ ਅੱਛੇ ਸਿਆਣੇ ਪੁਰਖ ਸੀਗੇ, ਭੁਪਿੰਦਰ ਸਾਂਬਰ, ਉਹਨਾਂ ਦੀ ਕੱਲ੍ਹ ਮੌਤ ਹੋ ਗਈ। ਉਹ
ਰੋਪੜ ਜ਼ਿਲ੍ਹੇ ਦੇ ਜਿੰਮੇ ਜਾਏ ਸੀ ਕੁਲਗਰਾਮ ਪਿੰਡ ਦੇ, ਔਰ ਉਹਨਾਂ ਨੇ ਜੀ ਲਗਾਤਾਰ ਲਗਭਗ ਜਿਹੜੀ ਜ਼ਿੰਦਗੀ 79 ਸਾਲ ਸੀ ਉਹ 'ਚੋਂ ਸੁਚੇਤ ਪੱਧਰ ਤੇ 60 ਸਾਲ ਭਾਰਤੀ ਲੋਕਾਂ ਦੇ ਦੁੱਖ ਸੁੱਖ ਹਾਰਨ ਵਾਸਤੇ ਆਪਣੇ ਆਪ ਨੂੰ ਕੰਟਰੀਬਿਊਟ ਕੀਤਾ। ਸੋ ਜੀ ਇਹ ਸਾਰਾ ਕੁਝ ਜਿਹੜਾ ਹੈਗਾ ਅੱਜ ਦੇ ਦਿਨ ਤੇ ਬਹੁਤ ਯਾਦ ਆ ਰਿਹਾ। ਜੀ। ਤੇ ਗੁਰਭਜਨ ਜੀ, ਹੁਣ ਆਪਾਂ ਉਸ ਹਿੱਸੇ ਵੱਲ ਚੱਲਦੇ ਹਾਂ ਜਿਹਨੂੰ ਸੁਣ ਕੇ ਇੰਨਾ ਆਨੰਦ ਆਉਂਦਾ ਹੈ ਕਿ ਲਗਾਤਾਰ ਉਹਦੇ ਬਾਰੇ ਤੁਹਾਡੇ ਕੋਲ ਡਿਟੇਲ ਲਈ ਜਾਈਏ, ਤੁਹਾਡੀਆਂ ਗੱਲਾਂ ਸੁਣੀਆਂ ਜਾਈਏ। ਤੇ ਗੱਲ ਹੈ ਮਿੱਠੀ ਯਾਦ ਦੀ, ਤੇ ਉਹ ਮਿੱਠੀ ਯਾਦ ਅੱਜ ਕਿਹੜੀ ਸਾਂਝੀ ਕਰਨੀ ਹੈ ਤੁਸੀਂ ਸਾਡੇ ਦਰਸ਼ਕਾਂ ਨਾਲ? ਮੈਂ ਨਾ ਕਈ ਵਾਰ ਬੜਾ ਸਵਾਦ ਹੋ ਜਾਂਦਾ ਇਹ ਸੋਚ ਕੇ ਹੂੰ ਕਿ ਗੁਰਦਾਸਪੁਰ ਜ਼ਿਲ੍ਹੇ ਦਾ ਬਿਲਕੁਲ ਰਿਮੋਟ ਏਰੀਆ ਡੇਰਾ ਬਾਬਾ ਨਾਨਕ, ਜੀ ਉਹਦਾ ਇੱਕ ਨਿੱਕਾ ਜਿਹਾ ਪਿੰਡ ਬਸੰਤਕੋਟ ਜਿੱਥੇ ਮੈਂ ਜੰਮਿਆ, ਜੀ ਬਿਲਕੁਲ ਅਨਪੜ੍ਹ ਮਾਪੇ, ਪਰ ਖੁਸ਼ਕਿਸਮਤੀ ਇਹ ਕਿ ਵੱਡੇ ਵੀਰ ਤੇ ਵੱਡੀ ਭੈਣ ਜਿਹਨੇ ਗਿਆਨ ਦੇ ਲੜ ਲਾਇਆ, ਪਰਿਵਾਰਕ ਰਿਸ਼ਤੇਦਾਰੀ ਤਾਣੇ ਬਾਣੇ ਚ ਵੀ ਮੈਨੂੰ ਅਗਵਾਈ ਮਿਲੀ, ਜਿਹਦੇ ਸਦਕਾ ਮੈਂ ਲੁਧਿਆਣੇ ਆ ਸਕਿਆ 1971 ਚ। ਇੱਥੇ ਆਉਣ ਸਦਕਾ ਡਾਕਟਰ SP ਸਿੰਘ ਹੋਰੀ ਉਸਤਾਦ ਮਿਲ ਗਏ, ਔਰ ਉਸ ਤੋਂ ਬਾਅਦ ਜਿਹੜਾ ਵਿਜ਼ਨ ਸੀ ਤੁਹਾਡਾ ਉਹ ਬਹੁਤ ਬਰਾਡਨ ਹੋ ਗਿਆ, ਵੱਡਾ ਹੋ ਗਿਆ। ਉਹਦੇ ਪ੍ਰਤਾਪ ਸੀ ਕਿ ਹੁਣ ਮੈਨੂੰ ਕਦੇ ਕੋਈ ਮੁੱਖ ਮੰਤਰੀ ਨਹੀਂ ਲੱਗਦਾ, ਮੰਤਰੀ ਨਹੀਂ ਲੱਗਦਾ, ਮੈਨੂੰ ਲੱਗਦਾ ਕਿ ਬੰਦੇ ਹੀ ਨੇ ਆਪੋ ਆਪਣੀ ਜ਼ਿੰਮੇਵਾਰੀਆਂ ਨਿਭਾ ਰਹੇ ਨੇ। ਮੈਨੂੰ ਘਟਨਾ ਯਾਦ ਆ ਰਹੀ ਹੈ 2000, ਇਹ ਗੱਲ ਸ਼ਾਇਦ 12 ਦੀ ਹੈ ਜੀ। ਮੈਨੂੰ ਟੈਲੀਫੋਨ ਆਇਆ ਸਾਬਕਾ ਵਿਧਾਇਕ ਨੇ ਔਰ ਜੱਥਾ ਜਗਦੇਵ ਸਿੰਘ ਤਲਵੰਡੀ ਦਾ ਸਪੁੱਤਰ ਨੇ, ਮੇਰੇ ਪਿਆਰੇ ਵੀਰ ਦੋਸਤ ਨੇ ਮੇਰੇ, ਰਣਜੀਤ ਸਿੰਘ ਤਲਵੰਡੀ, ਉਦੋਂ ਸ਼੍ਰੋਮਣੀ ਅਕਾਲੀ ਦਲ ਚ ਹੁੰਦੇ ਸੀ ਬਾਦਲ ਸਾਹਿਬ ਦੀ ਸਦਾਰਤ ਥੱਲੇ। ਤੇ ਫੋਨ ਇਹ ਆਇਆ ਕਿ ਭਾਜੀ ਸਾਡੇ ਨਾਲ ਬਾਦਲ ਸਾਹਿਬ ਨੇ ਵਿਜ਼ਿਟ ਰੱਖੀ ਹੈ ਰਾਏਕੋਟ ਦੀ ਸੰਗਤ ਦਰਸ਼ਨ, ਤੇ ਅਸੀਂ ਕੀ ਮੰਗ ਸਕਦੇ ਹਾਂ? ਉਹ ਮੈਂ ਕਿਹਾ ਰਣਜੀਤ ਤੁਸੀਂ ਕਿੱਥੇ ਮੰਗਣ ਜੋਗੇ ਹੋ, ਤੁਸੀਂ ਨਹੀਂ ਮੰਗ ਸਕਦੇ, ਤੁਹਾਨੂੰ ਆਦਤ ਹੈ ਦੇਣ ਦੀ, ਕੰਟਰੀਬਿਊਟ ਕਰਨ ਦੀ। ਕਦੇ ਤੁਹਾਡੇ ਦਾਦੇ ਜਿਸ ਸ਼ਾਂਗਾ ਸਿੰਘ ਨੇ ਜ਼ਮੀਨ ਦੇ ਕੇ ਗਿਆਨੀ ਕਰਤਾਰ ਸਿੰਘ ਨੂੰ ਸਿਆਸਤ ਦੇ ਵਿੱਚ ਵਾੜਿਆ, ਜਿਸਦਾ ਜਗਦੇਵ ਸਿੰਘ ਤਲਵੰਡੀ ਹੋਰਾਂ ਨੇ ਸਾਰੀ ਜ਼ਿੰਦਗੀ ਸੈਲਫਲੈਸਲੀ ਲੜਾਈ ਲੜੀ, ਤੇ ਤੁਹਾਡੇ ਟੱਬਰ ਕੋਲ ਲੈਣ ਦੀ ਜਾਂਚ ਨਹੀਂ ਹੈਗੀ, ਦੇਣ ਦੀ ਜਾਂਚ ਹੈਗੀ ਹੈ। ਹੱਸ ਪਿਆ, ਮੈਨੂੰ ਕਹਿੰਦਾ ਭਾਜੀ ਨਹੀਂ, ਮੈਂ ਕਹਿੰਦਾ ਏਦਾਂ ਟੈਲੀਫੋਨ ਤੇ ਗੱਲਾਂ ਨਹੀਂ ਹੁੰਦੀਆਂ, ਜਦੋਂ ਆਏਗਾ ਫਿਰ ਗੱਲ ਕਰਾਂਗੇ, ਆਪਣਾ ਪੈਡ ਨਾਲ ਲੈ ਕੇ ਆਈ। ਆਇਆ ਤੇ ਮੈਂ ਕਿਹਾ ਰਣਜੀਤ ਦੋ ਗੱਲਾਂ ਰਾਏਕੋਟ ਦੀਆਂ ਮੈਨੂੰ ਹਮੇਸ਼ਾ ਹਾਰਟ ਕਰਦੀਆਂ, ਵੱਡੀਆਂ ਲੱਗਦੀਆਂ, ਜਿਹੜੀਆਂ ਮੈਨੂੰ ਲੱਗਦਾ ਕਿ ਨਾਲੋਂ ਨਾਲ ਸੋਚਣ ਵਾਲੀਆਂ ਵੀ ਨੇ। ਪਹਿਲੀ ਤਾਂ ਰਾਏਕੋਟ ਧਰਤੀ ਹੈ ਜਿੱਥੇ ਮੇਰੇ ਦਸ਼ਮੇਸ਼ ਪਿਤਾ ਉਸ ਵਕਤ ਹਾਜ਼ਰ ਸੀ, 4 ਦਿਨ 4 ਰਾਤਾਂ, ਜਦੋਂ ਸਾਹਿਬਜ਼ਾਦੇ ਨੀਹਾਂ ਚਿਣੇ ਜਾ ਰਹੇ ਸੀ। ਉਹ ਟੱਬਰ ਰਾਏ ਕੱਲਾ ਪਰਿਵਾਰ ਜਿਸ ਦੀ ਅੱਜ ਅਗਵਾਈ ਪਾਕਿਸਤਾਨ ਦੇ ਵਿੱਚ ਰਾਏ ਜ਼ੀਜ਼ੁੱਲਾ ਖਾਂ ਕਰ ਰਹੇ ਨੇ, ਔਰ ਸਾਡੀ ਸਥਿਤੀ ਇਹ ਹੈ ਕਿ ਅਸੀਂ ਰਾਏ ਕੱਲਾ ਦੀ ਯਾਦ ਵਿੱਚ ਇੱਕ ਵੀ ਸੰਸਥਾਨ, ਇੱਕ ਵੀ ਕੋਈ ਇੰਸਟੀਟਿਊਸ਼ਨ ਨਹੀਂ ਬਣਾ ਸਕੇ ਇੰਨੇ ਸਾਲ ਬੀਤਣ ਦੇ ਬਾਅਦ ਵੀ। ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਪੁਰਖਿਆਂ ਨੂੰ ਯਾਦ ਕਰੀਏ, ਉਹਨਾਂ ਵੱਡ ਪੁਰਖਿਆਂ ਨੂੰ ਚੇਤੇ ਕਰੀਏ ਜਿਨ੍ਹਾਂ ਨੇ ਸਾਡੇ ਵਾਸਤੇ ਇੰਨਾ ਕੁਛ ਕੀਤਾ, ਸਾਡੇ ਦਸ਼ਮੇਸ਼ ਪਿਤਾ ਵਾਸਤੇ ਵੱਡੀ ਬੁੱਕਲ ਬਣੇ, ਸਾਥੀ ਬਣੇ, ਸਹਿਯੋਗੀ ਬਣੇ। ਕਹਿੰਦਾ ਹੋਰ, ਮੈਂ ਕਿਹਾ ਤੈਨੂੰ ਪਤਾ ਕਿ ਸਾਵਰਨ ਕਿੰਗ ਲਾਸਟ ਜਿਹੜੀ ਰਾਤ ਸੀ ਉਹ ਮਹਾਰਾਜ ਦਲੀਪ ਸਿੰਘ ਕਿੱਥੇ ਕੱਟੀ ਸੀ, ਭਾਵੇਂ ਉਮਰ 9 ਸਾਲ ਸੀ? ਕਹਿੰਦੇ ਉਹ ਕੱਟੀ ਸੀ ਆਪਣੇ ਬਸੀਆਂ ਕੋਠੀ। ਤੇ ਮੈਂ ਕਿਹਾ ਬਸੀਆਂ ਕੋਠੀ ਦੀ ਹਾਲਤ ਕੀ ਹੈ, ਕਦੇ ਵੇਖੀ ਹੈ? ਕਿਤੇ ਹਾਂ ਬੜੀ ਮਾੜੀ ਹੈ। ਮੈਂ ਜਾਂਦਾ ਰਹੀ ਨਾ, ਲੰਘਦਾ ਰਹੀ, ਕੋਲ ਦੀ ਬੜਾ ਉਜਾੜ ਪਈ ਹੋਈ ਉੱਥੇ। ਤੇ ਮੈਂ ਕਿਹਾ ਵਸਾਉਣੀ ਕਿਹਨੇ ਹੈ? ਆਪੇ ਵਸਾਉਣੀ ਹੈ। ਆਪਾਂ ਆਪਣੇ ਮੁੱਖ ਮੰਤਰੀ ਨੂੰ ਬੇਨਤੀ ਕਰੀਏ, ਨਹੀਂ ਬੇਨਤੀ ਮੰਨਣਗੇ ਨਾ ਸੀ ਮਨ, ਬੇਨਤੀ ਤਾਂ ਕਰੀਏ। ਉਹ ਕਹਿੰਦੇ ਭਾਜੀ ਫਿਰ ਲਿਖ ਕੇ ਸਾਨੂੰ ਦੇ ਦਿਓ। ਉਹ ਚਲਾ ਗਿਆ। ਉਦੋਂ ਬਾਅਦ ਜਿਸ ਦਿਨ ਮੁੱਖ ਮੰਤਰੀ ਨੇ ਆਉਣਾ ਸੀ, ਉਦੋਂ 2 ਦਿਨ ਪਹਿਲਾਂ ਫੋਨ ਆਉਂਦਾ ਕਿ ਭਾਜੀ ਤੁਸੀਂ ਆਪੇ ਲਿਖ ਲਿਆਇਓ ਕਿਸੇ ਸੰਸਥਾ ਵੱਲੋਂ, ਤੇ ਮੈਂ ਮਤਲਬ ਤੁਹਾਨੂੰ ਮਿਲਾ ਦਿਆਂਗਾ। ਉਦੋਂ ਮੈਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ ਪ੍ਰਧਾਨ ਸੀ। ਮੈਂ ਆਪਣੇ ਪੈਡ ਤੇ ਇੱਕ ਮੁੱਖ ਮੰਤਰੀ ਸਾਹਿਬ ਨੂੰ ਰਿਕੁਐਸਟ ਲਿਖੀ, ਉਹ ਫੈਕਸ ਈਮੇਲ ਕਰਕੇ ਉਹਨਾਂ ਤੱਕ ਪਹੁੰਚਾਈ, ਕਿਉਂਕਿ ਉਹਨੀ ਦਿਨੀ ਪੋਲੀਟੀਕਲ ਐਡਵਾਈਜ਼ਰ ਸਨ ਮੇਰੇ ਪਿਆਰੇ ਦੋਸਤ, ਬਹੁਤ ਪਿਆਰੇ ਵੀਰ ਸਰ ਦਲਜੀਤ ਸਿੰਘ ਚੀਮਾ ਡਾਕਟਰ ਸਾਹਿਬ। ਉਹ ਪੋਲੀਟੀਕਲ ਐਡਵਾਈਜ਼ਰ ਸੀ, ਉਦੋਂ MLA ਨਹੀਂ ਸੀ, ਬਾਅਦ ਚ ਬਣਦੇ ਨੇ MLA ਦੇ ਵਜ਼ੀਰ। ਮੈਂ ਕਿਹਾ ਚੀਮਾ ਸਾਹਿਬ ਇਹ ਤੁਹਾਡੀ ਹੁਣ ਸਿਰਦਰਦੀ ਸਾਡੀ ਮੁੱਕ ਗਈ। ਇਸੇ ਤਰ੍ਹਾਂ ਨਾਲ ਹੀ ਮੈਂ ਭਾਜੀ ਚਰਨਜੀਤ ਸਿੰਘ ਅਟਵਾਲ ਜਿਹੜੇ ਸਪੀਕਰ ਸਨ ਉਸ ਵਕਤ, ਉਹਨਾਂ ਨੂੰ ਬੇਨਤੀ ਕਰ ਦਿੱਤੀ ਕਿ ਤੁਸੀਂ ਮੁੱਖ ਮੰਤਰੀ ਜੀ ਧਿਆਨ ਚ ਲਿਆਓ। ਉਹ ਖੈਰ ਜਦੋਂ ਵਿਜ਼ਿਟ ਕਰਨ ਆਏ ਤੇ ਮੈਂ ਸੋਚਿਆ ਵੀ ਜਿਹੜੀ ਚਿੱਠੀ ਮੈਂ ਭੇਜ ਦਿੱਤੀ ਹੈ ਚਿੱਠੀ ਆਪੇ ਐਕਸ਼ਨ ਕਰੇਗੀ, ਪਰ ਮੈਨੂੰ 10 ਵਜੇ ਫੋਨ ਆ ਗਿਆ। ਪ੍ਰਿਤਪਾਲ ਸਿੰਘ ਮੇਰਾ ਸਾਹਮਣੇ ਲਾ, ਉਦੋਂ ਪੋਸਟਡ ਸੀ SDSP ਉੱਥੇ,
ਕਹਿੰਦਾ ਜੀ ਜੀ ਤਲਵੰਡੀ ਸਾਹਿਬ ਸੁਨੇਹਾ ਦੇ ਰਹੇ ਨੇ ਕਿ ਤੁਸੀਂ ਇਮੀਡੀਏਟਲੀ ਪਹੁੰਚੋ ਰਾਏਕੋਟ ਹੂੰ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਵਾਸਤੇ ਡੈਲੀਗੇਸ਼ਨ ਲੈ ਕੇ। ਤੇ ਮੈਂ ਪ੍ਰਿੰਸੀਪਲ ਨੂੰ ਕਿਹਾ, ਮੈਂ ਕਿਹਾ ਯਾਰ ਮੈਂ ਤਾਂ ਯੂਨੀਵਰਸਿਟੀ 'ਚ ਨਿੱਕੀ ਜੀ ਚਾਕਰੀ ਕਰਦਾ ਹਾਂ ਤੇ ਮੈਂ ਜੀ ਕਿਵੇਂ ਮਤਲਬ ਛੁੱਟੀ ਲੈ ਕੇ ਆ ਸਕਦਾ, ਤੇ ਹੂੰ ਨਾਲੇ ਕਿਹਨੂੰ ਕਹਾਂਗਾ ਮੈਂ ਡੈਲੀਗੇਸ਼ਨ ਬਣਾ ਕੇ ਕਿੱਦਾਂ ਲੈ ਆਵਾਂਗਾ ਮੈਂ ਕਿਹਾ ਜਿਹੜੀ ਮੈਂ ਚਿੱਠੀ ਦਿੱਤੀ ਹੋਈ ਇਹੀ ਚਿੱਠੀ ਸਬਮਿਟ ਕਰ ਦਿਓ, ਇਹ ਤੋਂ ਬਾਅਦ ਮੈਂ ਕੁਝ ਨਹੀਂ ਕਰ ਸਕਦਾ। ਖੈਰ ਜੀ ਬਾਅਦ 'ਚ ਰਣਜੀਤ ਮੇਰੇ ਨਾਲ ਖਫਾ ਹੋਇਆ, ਕਹਿੰਦਾ ਭਾਜੀ ਵੇਖ ਲਓ ਤੁਸੀਂ ਸਾਨੂੰ ਇਨਕਾਰ ਕਰੀ ਜਾਂਦੇ ਹੋ, ਅਸੀਂ ਤੁਹਾਨੂੰ ਇੰਨੇ ਮਾਣ ਨਾਲ ਕਿਹਾ। ਮੇਰੇ ਮਨ 'ਚ ਆਇਆ, ਮੈਂ ਕਿਹਾ ਬੰਦਿਆ ਰੱਬ ਦੇ ਆਪ ਇਤਿਹਾਸਕ ਪਲ ਹੈ, ਮੈਨੂੰ ਜਾਣਾ ਚਾਹੀਦਾ। ਜੀ ਨਿਰਮਲ ਜੋੜਾ ਮੇਰਾ ਕੁਲੀਗ ਹੈ, ਉਦੋਂ ਹੂੰ ਯੂਨੀਵਰਸਿਟੀ 'ਚ ਸਾਡੇ 'ਚ ਇਕੱਠੀ ਸਾਂ ਅਸੀਂ। ਇਸੇ ਤਰ੍ਹਾਂ ਜੀ ਡਾਕਟਰ ਅਨਿਲ ਸ਼ਰਮਾ ਸੀ ਮੇਰਾ ਕੁਲੀਗ ਹੈ, ਹੁਣ ਵੀ ਯੂਨੀਵਰਸਿਟੀ ਨੌਕਰੀ ਕਰਦਾ। ਮੈਂ ਉਹਨਾਂ ਨੂੰ ਜੀ ਕਿਹਾ, ਮੈਂ ਕਿਹਾ ਯਾਰ ਆਪਾਂ ਨਾ ਰਾਏਕੋਟ ਜਾਣਾ। ਹੂੰ ਉਹ ਕਹਿੰਦੇ 4 ਬੰਦੇ ਦਫ਼ਤਰ 'ਚ ਸਾਰੇ ਆ, ਆਪਾਂ ਸਾਰੇ ਜਾਣੇ ਕਿਵੇਂ ਜਾ ਸਕਦੇ ਹਾਂ, ਇਕੱਲਾ ਬਾਸ ਇੱਥੇ ਰਹਿ ਜਾਏਗਾ ਡਾਕਟਰ ਧੀਮਾਨ। ਮੈਂ ਕਿਹਾ ਜੀ ਕੋਈ ਨਹੀਂ ਯਾਰ, ਔਖੇ ਹੋਈਏ ਸੌਖੇ ਹੋਈਏ, ਲੰਚ ਬ੍ਰੇਕ ਤੋਂ ਬਾਅਦ ਆ ਜਾਣਾ, ਅਸੀਂ ਜਾ ਹੀ ਆਪਾਂ। ਜੀ ਅਸੀਂ ਕਾਰ ਤੇ ਸਵਾਰ ਹੋ ਕੇ ਰਾਏਕੋਟ ਚਲੇ ਗਏ। ਸਾਨੂੰ ਹੂੰ ਰਿਸੀਵ ਕੀਤਾ ਗਿਆ ਕਿਉਂਕਿ ਮੁੰਡਾ ਸਿਕਿਉਰਿਟੀ ਇੰਚਾਰਜ ਆਪਣਾ ਹੀ ਸੀ। ਉਹਨੇ ਅੰਦਰ ਲੰਘਾਤਾ। ਜੀ ਅੰਦਰ ਗਏ ਤਾਂ ਜਥੇਦਾਰ ਤਲਵੰਡੀ ਦਾ ਸਪੁੱਤਰ ਰਣਜੀਤ, ਉਸ ਵਕਤ ਜੀ ਸਾਬਕਾ ਐਮਪੀ ਸਨ ਸਰਦਾਰ ਗੁਰਚਰਨ ਸਿੰਘ ਗਾਲਿਬ, ਇਸੇ ਤਰ੍ਹਾਂ ਹੀ ਜੀ ਉਦੋਂ ਐਸਪੀਰੈਂਟ ਸਨ ਟਿਕਟ ਲੈਣ ਵਾਸਤੇ, ਐਸਆਰ ਕਲੇਰ ਜਿਹੜੇ ਬਾਅਦ ਚ ਐਮਐਲਏ ਬਣੇ। ਇਹਨਾਂ ਸਾਰਿਆਂ ਨੇ ਜੀ ਹਿੰਮਤ ਕਰਕੇ ਮੈਨੂੰ ਮੁੱਖ ਮੰਤਰੀ ਨਾਲ ਉਸ ਵੇਲੇ ਮਿਲਾਤਾ, ਜੋ ਚਾਹ ਦਾ ਪਿਆਲਾ ਪੀਣ ਦੀ ਕਮਰੇ 'ਚ ਆਏ ਹੋ। ਜੀ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸੀਐਮ ਸਾਹਿਬ ਆਹ ਸਾਡੀ ਰਿਕੁਐਸਟ ਹੈ, ਇਸ ਕੰਮ ਲਈ ਅਸੀਂ ਆਏ ਹਾਂ, ਇਹ ਇਤਿਹਾਸਕ ਮੋੜ ਹੈ, ਜਿੱਥੇ ਤੁਸੀਂ ਹੈਲਪ ਕਰੋ ਤਾਂ ਉਸ ਨੂੰ ਯਾਦਗਾਰ ਤਬਦੀਲ ਕੀਤਾ ਜਾ ਸਕਦਾ ਮਹਾਰਾਜ ਦਲੀਪ ਸਿੰਘ ਜੀ ਨੂੰ। ਉਹ ਕਹਿੰਦੇ ਬੇਟਾ ਮੈਂ ਲੰਚ ਬ੍ਰੇਕ ਤੇ ਜਾਣਾ ਹੈ ਰਾਏਕੋਟ, ਤੇ ਮੈਂ ਤੁਹਾਨੂੰ ਉੱਥੇ ਮਿਲਾਂਗਾ, ਬਸੀਆਂ ਕੋਠੀ ਮੈਂ ਵਿਜ਼ਿਟ ਖੁਦ ਕਰਨਾ ਚਾਹਾਂਗਾ। ਜੀ ਪਰਮਿੰਦਰ ਯਕੀਨ ਕਰੇਗੀ, ਸਾਡੇ ਪਹੁੰਚਣ ਤੋਂ ਪੂਰੇ 15 ਮਿੰਟ ਬਾਅਦ ਸੀਐਮ ਸਾਹਿਬ ਉੱਥੇ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ। ਜੀ ਬਹੁਤ ਖੂਬ। ਤੇ ਅਸੀਂ 15 ਕਿ 16 ਬੰਦੇ ਸਾਰੇ ਸਾਂ। ਤੇ ਮੇਰੇ ਪਤਾ ਨਹੀਂ ਕਿੱਥੋਂ ਮੈਨੂੰ ਪਾਉਣ ਆ ਗਈ। ਮੈਂ ਕਿਹਾ ਸੀਐਮ ਸਾਹਿਬ, ਨਾ ਤਾਂ ਤੁਸੀਂ ਇਸ ਵੇਲੇ ਮੁੱਖ ਮੰਤਰੀ ਹੋ, ਤੇ ਨਾ ਇਹ ਕੋਠੀ ਦੇ ਵਿੱਚ ਮਹਾਰਾਜ ਦਲੀਪ ਸਿੰਘ ਬੈਠਾ ਜੀ ਵਕਤ ਨੋਟ ਕਰ ਰਿਹਾ, ਸੂਬੇ ਦੇ ਲੋਕਤੰਤਰੀ ਨਿਜ਼ਾਮ ਦੇ ਮੁਖੀ ਨੂੰ ਕਹਿ ਰਿਹਾ ਕਿ ਕਿਸੇ ਵਕਤ ਦਾ ਪ੍ਰਭੂ ਸੱਤਾ ਸੰਪੰਨ ਬਾਦਸ਼ਾਹ ਇੱਥੇ ਰਾਤ ਕੱਟੀ ਹੈ, ਤੇ ਅੱਜ ਉਸ ਬਿਲਡਿੰਗ ਦਾ ਹਾਲ ਕੀ ਹੈ। 12 ਏਕੜ ਦਾ ਕੈਂਪਸ ਉਜਾੜ ਪਿਆ। ਜੀ ਕਮਰੇ ਦੇ ਵਿੱਚ ਛੱਤਾਂ ਵਾਲੇ ਜਿਹੜੇ ਗਾਰਡਰ ਨੇ, ਜਿਹੜੇ ਇੰਗਲੈਂਡ ਤੋਂ ਕਿਸੇ ਵੇਲੇ ਆਏ ਸੀ ਬਣ ਕੇ, ਉਹਨਾਂ ਗਾਰਡਰ ਗਲ ਕੇ ਥੱਲੇ ਡਿੱਗੇ ਪਏ ਨੇ। ਮੈਂ ਉਹਨਾਂ ਨੂੰ, ਮੈਨੂੰ ਕਹਿੰਦੇ ਉਹ ਕਮਰਾ ਦਿਖਾ ਜਿੱਥੇ ਉਹਨਾਂ ਰਾਤ ਕੱਟੀ ਸੀ। ਮੈਂ ਅੰਦਰ ਲੈ ਵੜਿਆ। ਪਹਿਲਾ ਕੰਮ ਤੇ ਹੋਇਆ ਵੀ ਉਹ ਦਰਵਾਜ਼ੇ ਤੋਂ ਉਹਨਾਂ ਦੀ ਪੱਗ ਤੇ ਜਾਲਾ ਲੱਗਿਆ, ਜਿਹੜਾ ਆਪਣੇ ਰੁਮਾਲ ਨਾਲ ਸਾਫ਼ ਕੀਤਾ। ਮੈਂ ਕਿਹਾ ਜੀ ਵਕਤ ਨੋਟ ਕਰ ਰਿਹਾ, ਦੇਖ ਲਓ ਕਮਿਟਮੈਂਟ ਉਹ ਕਰੋ ਜਿਹੜੀ ਭੁਗਤਾਉਣੀ ਹੈ। ਬਾਹਰ ਆ ਕੇ ਕਹਿੰਦੇ ਬੇਟਾ ਜੀ ਹਫ਼ਤੇ ਦੇ ਅੰਦਰ ਮੈਂ ਐਸਟੀਮੇਟ ਲਾਉਣ ਲਈ ਕਿਸੇ ਆਰਕੀਟੈਕਟ ਨੂੰ ਭੇਜਾਂਗਾ, ਆਪਾਂ ਇਸ ਕੰਮ ਨੂੰ ਕਰਾਂਗੇ। ਉਹਨੇ ਦਿਨ ਉਹ ਬਹੁਤ ਯਾਦਗਾਰਾਂ ਉਸਾਰ ਰਹੇ ਸੀ। ਚੱਪੜ ਚਿੜੀ ਮੈਦਾਨ ਵਾਲੀ ਉਸਾਰੀ ਉਹਨਾਂ ਨੇ ਉਹਨਾਂ ਦਿਨਾਂ 'ਚ, ਘੱਲੂਘਾਰੇ ਦੋਵੇਂ ਵੱਡਾ ਤੇ ਛੋਟਾ ਉਸਾਰੇ। ਉਹ ਬੜਾ ਕੰਮ ਉਹਨੇ ਦਿਨ ਕਰ ਰਹੇ ਸੀ ਇਸ ਕਿਸਮ ਦਾ। ਉਹਨਾਂ ਦਾ ਮਨ ਉਸ ਵੇਲੇ ਦਰਵਤ ਸੀ ਉਸ ਵਕਤ। ਉਹਨਾਂ ਨੇ ਵਾਕਿਆ ਹੀ ਤੀਸਰੇ ਦਿਨ ਚੀਫ ਆਰਕੀਟੈਕਟ ਪੂਰੇ ਪੰਜਾਬ ਦੀ ਜਿਹੜੀ ਸੀ, ਉਹ ਰਾਏਕੋਟ ਪੁੱਛਦੀ ਫਿਰਦੀ ਸੀ ਕਿ ਬਸੀਆਂ ਕੋਠੀ ਕਿੱਥੇ ਹੈ। ਉਹਨਾਂ ਨੇ ਕੰਮ ਅਲਾਟ ਕਰ ਦਿੱਤਾ। ਪੈਸਿਆਂ ਦਾ ਸਮੱਸਿਆ ਆਈ, ਪੈਸਿਆਂ ਦੀ ਸਮੱਸਿਆ ਹੱਲ। ਇਨਫਰਾਸਟ੍ਰਕਚਰ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸੀ ਉਸ ਵਕਤ, ਜਿਹੜੇ ਇਸ ਵਕਤ ਨੈਸ਼ਨਲ ਹਾਈਵੇ ਅਥਾਰਟੀ ਦੇ ਚੇਅਰਮੈਨ ਨੇ, ਮਿਸਟਰ ਸੁਖਬੀਰ ਸਿੰਘ ਸੰਧੂ IAS। ਉਹਨਾਂ ਨੇ ਮੇਰੀ ਮਿੱਤਰਤਾ ਨੂੰ ਹੁੰਗਾਰਾ ਭਰਦਿਆਂ ਪੈਸੇ ਦਾ ਪ੍ਰਬੰਧ ਕਰਤਾ। ਜਿਹੜਾ ਗਲਾਡਾ ਨੇ ਪੈਸਾ ਸਾਨੂੰ ਦੇ ਦਿੱਤਾ, ਉਹਦੇ ਨਾਲ 5 ਕਰੋੜ 80 ਲੱਖ ਰੁਪਏ ਲਾ ਕੇ ਅਸੀਂ ਉਹ ਯਾਦਗਾਰ ਸਥਾਪਿਤ ਕਰ ਦਿੱਤੀ, ਜਿਹਦਾ ਉਦਘਾਟਨ ਮੁੱਖ ਮੰਤਰੀ ਨੇ 14 ਦੇ ਵਿੱਚ ਕੀਤਾ। ਹੁਣ ਉੱਥੇ ਹਰ ਰੋਜ਼ ਘੱਟੋ ਘੱਟ 250 ਵਿਜ਼ਿਟਰ ਜਾਂਦੇ ਨੇ, NRI ਆਉਂਦੇ ਨੇ, ਉੱਥੇ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਨੇ, ਬਿਲਡਿੰਗ ਨਾਲ, ਇਮਾਰਤਾਂ ਦੇ ਨਾਲ ਸਾਂਝਾ ਪਾਉਂਦੇ ਨੇ, ਵੀਡੀਓਗ੍ਰਾਫੀ ਕਰਦੇ ਨੇ। ਤੇ ਮੈਨੂੰ ਵੱਖਰੀ ਕਿਸਮ ਦਾ ਸਵਾਦ ਆਉਂਦਾ, ਜਦ ਕਿ ਮੇਰੀ ਨਾ ਦੀਵਾਨੀ ਲੱਗੀ ਨਾ ਚਵਾਨੀ ਲੱਗੀ। ਮੈਨੂੰ ਇਹ ਲੱਗਦਾ ਵੀ ਜੇ ਬੰਦੇ ਦੀ ਨੀਅਤ ਸਾਫ਼ ਹੈ, ਜੇ ਤੁਸੀਂ ਗੱਲ ਕਹਿਣ ਦੀ ਕਾਬਲੀਅਤ ਰੱਖਦੇ ਹੋ, ਇਹ ਕਾਬਲੀਅਤ ਪਤਾ ਪਰਮਿੰਦਰ ਨੇ ਮੈਨੂੰ ਕਿਹਨੇ ਦਿੱਤੀ? ਇਹ ਦੋ ਬੰਦਿਆਂ ਨੇ ਦਿੱਤੀ ਮੈਨੂੰ। ਇੱਕ ਤਾਂ ਡਾਕਟਰ SP ਸਿੰਘ ਹੋਰਾਂ ਨੇ, ਜਿਨ੍ਹਾਂ ਨੇ ਮੈਨੂੰ ਵਿਧੀ ਵਿਧਾਨ ਸਿਖਾਇਆ ਕਿ ਬੰਦਾ ਬੰਦਾ ਹੀ ਹੁੰਦਾ ਹੈ, ਬੰਦਾ ਕੋਈ ਰੱਬ ਨਹੀਂ ਹੁੰਦਾ। ਰੱਬ ਹੁੰਦਾ, ਬੰਦਾ ਬੰਦਾ ਹੀ ਹੁੰਦਾ। ਉਹਨੂੰ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ਔਰ ਦੂਸਰਾ ਸਰਦਾਰ ਜਗਦੇਵ ਸਿੰਘ ਜੱਸੋਵਾਲ, ਜਿਨ੍ਹਾਂ ਦੇ ਰਾਹੀਂ ਅਸੀਂ ਰਾਸ਼ਟਰਪਤੀਆਂ ਨੂੰ ਵੀ ਮਿਲੇ, ਮੁੱਖ ਮੰਤਰੀਆਂ ਨੂੰ ਵੀ ਮਿਲੇ, ਤੇ ਲੱਗਦਾ ਹੁੰਦਾ ਸੀ ਵੀ ਇਹ ਬੰਦੇ ਹੀ ਹੁੰਦੇ ਆ। ਇਸ ਕਰਕੇ ਇਸ ਆਤਮ ਬਲ ਦੇ ਸਹਾਰੇ ਇੱਕ ਅੱਛੀ ਯਾਦਗਾਰ ਬਣਾਉਣ ਦਾ ਅੱਜ ਵੀ ਮੇਰੇ ਮਨ ਅੰਦਰ ਇੱਕ ਵੱਖਰੀ ਕਿਸਮ ਦਾ ਸਵਾਦ ਹੈ। ਉਹਦੇ 'ਚ ਜਿਨ੍ਹਾਂ ਲੋਕਾਂ ਨੇ ਕੰਟਰੀਬਿਊਟ ਕੀਤਾ, ਪਰਮਿੰਦਰ ਸਿੰਘ ਜੱਟਪੁਰੀ ਮੇਰਾ ਸਕੱਤਰ ਸੀ, ਨਾਲ ਮੇਰਾ ਵੀਰ ਅਮਨਦੀਪ ਸਿੰਘ ਜਨਰਲ ਸੈਕਟਰੀ ਸੀ। ਅਸੀਂ ਸਾਰੇ ਰਲ ਕੇ ਕਾਫਲੇ ਦੀ ਸ਼ਕਲ ਦੇ ਵਿੱਚ ਉਸ ਕੰਮ ਨੂੰ ਨਿਪਰੇ ਚਾੜਿਆ। ਜਦੋਂ ਇਨਟੈਕ ਨੇ ਕੀਤਾ ਸੀ ਕੰਮ ਉਹ ਸਾਰਾ, ਜਿਹੜੇ ਸਾਰੇ ਹਿੰਦੁਸਤਾਨ ਦੇ ਵਿੱਚ ਪੁਰਾਣੀਆਂ ਇਮਾਰਤਾਂ ਨੂੰ
ਦੁਬਾਰਾ ਪੁਨਰ ਸੁਰਜੀਤ ਕਰਦੀ ਸੰਸਥਾ। ਔਰ ਜੀ ਮਤਲਬ ਜੰਗਲ 'ਚ ਮੰਗਣ ਲੱਗਿਆ ਪੂਰਾ ਮਹਾਰਾਜਾ ਰਣਜੀਤ ਸਿੰਘ ਰਾਜਕਾਲ ਦਾ ਪੂਰਾ ਮਿਊਜ਼ੀਅਮ ਬਣਿਆ ਹੋਇਆ ਉੱਥੇ, ਜਿਹਦਾ ਲੋਕ ਜਾ ਜੀ ਕੇ ਫੋਟੋਗ੍ਰਾਫੀ ਕਰਦੇ ਨੇ, ਬੈਠਦੇ ਨੇ, ਉੱਠਦੇ ਨੇ। ਔਰ ਇੱਕ ਓਪਨ ਜੀ ਥੀਏਟਰ ਜਿੱਥੇ ਕਦੇ ਕਦੇ ਨਾਟਕ ਵੀ ਹੁੰਦੇ ਨੇ। ਸੋ ਬੜਾ ਸਵਾਦ ਜੀ ਆਉਂਦਾ ਇਹਨਾਂ ਗੱਲਾਂ ਦਾ ਕਿ ਸੁਸਾਇਟੀ ਨੂੰ ਅਸੀਂ ਕੁਝ ਮੋੜਿਆ ਜੀ ਦਿੱਤਾ। ਜੀ ਗੁਰਭਜਨ ਜੀ, ਜਿਹੜੀ ਤੁਸੀਂ ਮਿੱਠੀ ਯਾਦ ਸਾਂਝੀ ਕੀਤੀ ਨਾ, ਤੇ ਮਿੱਠੀ ਯਾਦ ਦੇ ਨਾਲ ਨਾਲ ਪਿੱਛੇ ਤੁਹਾਡੇ ਕੋਇਲ ਦੀ ਆਵਾਜ਼ ਵੀ ਸਾਡੇ ਤੱਕ ਪਹੁੰਚ ਰਹੀ ਸੀ ਤੇ ਇੰਨਾ ਸਵਾਦ ਆ ਰਿਹਾ ਸੀ ਨਾ, ਦਿਲ ਕਰਦਾ ਕਿ ਇਹਦੇ ਨਾਲ ਇਹ ਕੋਇਲ ਪਤਾ ਕਿਉਂ ਆਉਂਦੀ ਇੱਥੇ? ਜੀ ਜਦੋਂ ਮੈਂ 1988 ਚ ਘਰ ਬਣਾਇਆ ਸੀ ਨਾ ਪੁੱਤਰ ਇੱਥੇ, ਹੂੰ ਤੇ ਘਰ ਉਸਰਨ ਤੋਂ ਪਹਿਲਾਂ ਹੀ ਮੈਂ ਆਪਣੇ ਚੌਗਿਰਦੇ ਚ ਕੁਝ ਬੂਟੇ ਲਾਏ ਸੀ, ਜਿਨ੍ਹਾਂ ਦੇ ਵਿੱਚੋਂ 4-5 ਦਰਖਤ ਜਿਹੜੇ ਨੇ ਵੱਡੇ ਬਣੇ ਹੋਏ ਨੇ। 88 ਚ ਲਾਏ ਸੀ। ਉਹਨਾਂ ਦਰਖਤਾਂ ਦੇ ਉੱਤੇ ਉਹ ਕੋਇਲ ਆਉਂਦੀ ਹੈ। ਕੁਝ ਅੰਬ ਦੇ ਬੂਟੇ ਬਾਅਦ ਚ ਕੁਝ ਦੋਸਤਾਂ ਗੁਆਂਢੀਆਂ ਨੇ ਵੀ ਲਾਏ। ਔਰ ਉਹ ਜਦੋਂ ਬੋਲਦੀ ਹੈ ਨਾ, ਉਹ ਵਰਚੁਅਲੀ ਸਾਹ ਚ ਮਿਸ਼ਰੀ ਘੋਲਦੀ ਹੈ। ਜੀ ਬਹੁਤ ਖੂਬ। ਗੁਰਭਜਨ ਜੀ, ਇਹੋ ਜਿਹੀਆਂ ਬਹੁਤ ਸਾਰੀਆਂ ਇਮਾਰਤਾਂ ਸਾਡੀਆਂ ਹਲੇ ਅਧੂਰੀਆਂ ਖੰਡਰ ਬਣੀਆਂ ਪਈਆਂ ਨੇ। ਤੁਹਾਡੇ ਵਰਗੀ ਸੋਚ ਵਾਲੇ ਕੁਝ ਹੋਰ ਨਾਲ ਜੁੜਨ ਤੇ ਉਹ ਵੀ ਸਵਰਗ ਬਣ ਸਕਦੀਆਂ ਨੇ। ਅੱਜ ਦੇ ਪ੍ਰੋਗਰਾਮ ਜਿਹੜੀਆਂ ਜਿਹੜਾ ਅੱਗੋਂ ਵੱਡੇ ਜਿਹਨੇ ਐਗਜ਼ੀਕਿਊਟ ਕਰਨਾ, ਉਹ ਵੀ ਤਾਂ ਬੰਦੇ ਦੇ ਕੰਨ ਵੀ ਤਾਂ ਉਹ ਜਿਹੇ ਚਾਹੀਦੇ ਨੇ। ਜੀ ਬਿਲਕੁਲ। ਇਹ ਗੱਲਾਂ ਮੇਰੇ ਕਹਿਣ ਨਾਲ ਮਸਲਾ ਨਹੀਂ ਹੱਲ ਹੁੰਦਾ। ਕਹਿਣ ਨੂੰ ਤਾਂ ਮੈਂ ਇਹ ਵੀ ਕਹਿੰਦਾ ਕਿ ਸਾਡੇ ਕੋਲੇ ਬਹੁਤ ਸਾਰੀਆਂ ਜਿਹੜੀਆਂ ਭਵਨ ਨਿਰਮਾਣ ਦੀਆਂ ਬਿਹਤਰੀਨ ਇਮਾਰਤਾਂ ਨੇ। ਲੁਧਿਆਣੇ 'ਚ ਸਾਡਾ ਕਿਲ੍ਹਾ ਹੁੰਦਾ ਸੀ ਕਿਸ ਵਕਤ, ਜਿੱਥੋਂ ਲੋਧੀਆਂ ਨੇ ਜਿਹੜਾ ਕਿਲ੍ਹਾ ਬਣਾਇਆ ਸੀ ਉਹ ਖੰਡਰ ਹੋ ਗਿਆ। ਮਤਲਬ ਜਿਹਨੂੰ ਆਪਾਂ ਗੰਦਾ ਨਾਲਾ ਕਹਿੰਦੇ ਆ, ਬੁੱਢਾ ਦਰਿਆ ਸੀ ਕਿਸੇ ਵਕਤ, ਉਹਦੇ ਬਿਲਕੁਲ ਐਨ ਠਹਿ ਕੇ ਲੰਘਦਾ ਸੀ ਕਿਲ੍ਹੇ ਦੇ ਨਾਲ। ਉਹ ਕਿਲ੍ਹਾ ਪੁਨਰ ਸੁਰਜੀਤ ਕਰਨ ਦੀ ਲੋੜ ਸੀ, ਨਹੀਂ ਹੋਇਆ। ਇਸ ਕਰਕੇ ਇਹ ਕਰਨ ਵਾਲਿਆਂ ਤੇ ਵੀ ਡਿਪੈਂਡ ਕਰਦਾ ਕਿ ਕਿਹੜੇ ਕੰਮ ਨੂੰ ਪ੍ਰਾਇੋਰਟੀ ਦੇਣੀ ਹੈ। ਇਸ ਕਰਕੇ ਮੈਂ ਤਾਂ ਧੰਨਵਾਦੀ ਵੀ ਹਾਂ ਉਸ ਵੇਲੇ ਦੇ ਮੁੱਖ ਮੰਤਰੀ ਦਾ, ਪ੍ਰਕਾਸ਼ ਸਿੰਘ ਬਾਦਲ ਦਾ, ਔਰ ਰਣਜੀਤ ਵੀਰ ਦਾ ਖਾਸ ਕਰਕੇ, ਔਰ ਇਹ ਸੁਪਨਕਾਰ ਜਗਦੇਵ ਸਿੰਘ ਜੱਸੋਵਾਲ ਦਾ, ਜਿਨ੍ਹਾਂ ਨੇ MLA ਜੋ 1980 ਚ ਬਣੇ ਨੇ, ਪਹਿਲੀ ਵਾਰ ਰਾਏਕੋਟ ਦੀ ਉਸ ਇਮਾਰਤ ਨੂੰ ਪਛਾਣਿਆ ਤੇ ਉਹਦੇ ਬਾਰੇ ਲੋਕਾਂ ਚ ਚੇਤਨਾ ਫੈਲਾਈ। ਹਿਸਟੋਰੀਅਨਸ ਜਗਤਾਰ ਸਿੰਘ ਗਰੇਵਾਲ ਵਰਗੇ, ਇੰਦੂ ਬਾਂਗਾ ਵਰਗੇ ਬੁਲਾ ਕੇ ਉੱਥੇ ਸੈਮੀਨਾਰਸ ਕੀਤੇ, ਔਰ ਇੱਕ ਲੋਕ ਲਹਿਰ ਉਸਾਰੀ, ਜਿਹਦਾ ਬਾਅਦ ਚ ਅਲਟੀਮੇਟਲੀ ਮੈਨੂੰ ਮਾਣ ਮਿਲਿਆ ਕਿ ਮੈਂ ਉਸਨੂੰ ਸੰਪੂਰਨ ਕਰਵਾ ਸਕਿਆ। ਗੁਰਭਜਨ ਜੀ, ਤੁਹਾਡੇ ਨਾਲ ਗੱਲਾਂ ਦਾ ਸਵਾਦ ਇੰਨਾ ਆ ਰਿਹਾ ਸੀ ਕਿ ਦਿਲ ਕਰਦਾ ਇਹ ਸਵਾਦ ਖਤਮ ਨਾ ਹੋਏ ਕਦੀ। ਪਰ ਇਸ ਵੇਲੇ ਸਮਾਂ ਖਤਮ ਹੈ ਪ੍ਰੋਗਰਾਮ ਦਾ। ਤੁਸੀਂ ਆਪਣੇ ਰੁਝੇਵਿਆਂ ਵਿੱਚੋਂ ਕੁਝ ਕੀਮਤੀ ਸਮਾਂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਤੁਹਾਡਾ ਬਹੁਤ ਬਹੁਤ ਧੰਨਵਾਦ।